84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕੱਲ੍ਹ ਪੰਜਾਬ ਦੇ ਵਿੱਚ ਮੀਡੀਆ ਸਰਕਲ ਦੇ ਵਿੱਚ ਇੱਕ ਖਬਰ ਜਿਹੜੀ ਆ ਉਹਦੀ ਬੜੀ ਚਰਚਾ, ਜਿਹੜੀ ਕਿ ਟ੍ਰਿਬਿਊਨ ਅਖਬਾਰ ਦੇ ਵਿੱਚ 7 ਅਕਤੂਬਰ ਨੂੰ ਉੱਥੋਂ ਭੇਜੀ ਗਈ ਤੇ 8 ਦੇ ਇੰਗਲਿਸ਼ ਟ੍ਰਿਬਿਊਨ 'ਚ ਛਪੀ ਆ। ਜੁਪਿੰਦਰਜੀਤ ਸਿੰਘ ਨੇ ਇਸ ਖਬਰ ਨੂੰ ਲਿਖਿਆ। ਖਬਰ ਨਹੀਂ, ਇਸ ਵਿੱਚ ਇਹ ਅਨਾਲਿਸਿਸ ਆ, ਵਿਸ਼ਲੇਸ਼ਣ ਆ ਉਸ ਪੱਤਰਕਾਰ ਦਾ, ਜਿਹਦੇ ਵਿੱਚ ਉਹਨੇ ਮੇਨ ਗੱਲ ਇਹ ਲਿਖੀ ਆ ਕਿ ਪਿਛਲੇ 2-2.5 ਸਾਲਾਂ 'ਚ 3 ਸਾਲਾਂ 'ਚ ਜਿੰਨੇ ਮੁੰਡੇ ਪੰਜਾਬ ਦੇ ਵਿੱਚ ਖਾੜਕੂ ਸਰਗਰਮੀਆਂ ਵਾਲੇ ਫੜੇ ਗਏ ਨੇ, 147 ਬੰਦਿਆਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ। 147 ਸਿੱਖਾਂ ਦੀ ਜਿਹੜੀ ਪੁੱਛ ਪੜਤਾਲ ਹੋਈ ਆ ਜਾਂ ਇੰਟੈਰੋਗੇਸ਼ਨ ਹੋਈ ਆ, ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਆ ਕਿ ਇਹ ਸਾਰੇ ਦੇ ਸਾਰੇ ਬੇਅਦਬੀ ਕਾਂਡ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ। ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਖਾੜਕੂ ਬਣਾਉਣ ਦੇ ਲਈ ਅੱਜ ਦੇ ਦੌਰ ਵਿੱਚ ਬੇਅਦਬੀ ਕਾਂਡ ਇੱਕ ਬਹੁਤ ਵੱਡੀ ਤੇ ਅਹਿਮ ਭੂਮਿਕਾ ਨਿਭਾ ਰਿਹਾ। ਇਹ ਗੱਲ ਇਹਨਾਂ ਦਿਨਾਂ ਦੇ ਵਿੱਚ ਪੂਰੀ ਤਰ੍ਹਾਂ ਚਰਚਾ ਵਿੱਚ ਆ। ਜਿਹੜਾ ਜੂਨ 2015 ਤੋਂ ਬੇਅਦਬੀ ਕਾਂਡ ਦਾ ਦੌਰ ਸ਼ੁਰੂ ਹੁੰਦਾ, ਜਦੋਂ ਬੁਰਜ ਜਵਾਹਰ ਕੇ ਪਿੰਡ ਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਚੋਰੀ ਕਰ ਲਿਆ ਗਿਆ ਡੇਰਾ ਸਰਸਾ ਵਾਲਿਆਂ ਵੱਲੋਂ। ਉਸ ਤੋਂ ਬਾਅਦ ਵਿੱਚ ਉਹਨਾਂ ਨੇ ਦੇਖਿਆ ਕਿ ਸਿੱਖ ਜਗਤ ਵੱਲੋਂ ਇਹਦੇ ਖਿਲਾਫ ਕਿ ਗੁਰੂ ਸਾਹਿਬ ਦੇ ਸਰੂਪ ਚੋਰੀ ਹੋਏ ਨੇ, ਭੱਜ ਦੌੜ ਕੀਤੀ ਜਾ ਰਹੀ ਆ। ਉਹ ਸਵਾਦ ਲੈਂਦੇ ਰਹੇ ਡੇਰੇ ਵਾਲੇ ਕਿ ਦੇਖੋ ਕਿਵੇਂ ਹੁਣ ਇਹ ਭੱਜੇ ਫਿਰਦੇ ਆ। ਤੇ ਫਿਰ ਉਹਨਾਂ ਨੇ ਇੱਕ ਦਿਨ ਵਰਕਾ ਲਿਖ ਕੇ ਲਾਤਾ, ਜਦੋਂ ਸਿੱਖਾਂ ਦੀਆਂ ਸਰਗਰਮੀਆਂ ਜਿਹੜੀਆਂ ਸੀਗੀਆਂ ਥੋੜ੍ਹੀਆਂ ਠੰਡੀਆਂ ਪੈਂਦੀਆਂ ਦਿਖੀਆਂ ਕਿ ਤੁਸੀਂ ਬੜੇ ਬਣੇ ਫਿਰਦੇ ਹੋ, ਤੁਸੀਂ ਜੇ ਹੋ ਵੋ ਆ, ਵਿੱਚ ਵਧੀਆ ਗੰਦੀਆਂ ਗੱਲਾਂ ਲਿਖੀਆਂ ਸੀਗੀਆਂ। ਜਿਹੜਾ ਉਹ ਪੋਸਟਰ ਜਿਹਾ ਬਣਾ ਕੇ ਲਾਇਆ ਵੀ ਤੁਹਾਡਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆ ਸਾਡੇ ਕੋਲ ਆ, ਜੇ ਤੁਹਾਡੇ 'ਚ ਜੁਰਤ ਵਾ ਹਿੰਮਤ ਆ ਤੁਸੀਂ ਲੱਭ ਲਓ। ਕਾਫੀ ਉਹਦੇ 'ਚ ਮਾੜੀ ਚੰਗੀ ਗੱਲ ਲਿਖੀਆਂ ਸੀ। ਉਸ ਤੋਂ ਬਾਅਦ ਵਿੱਚ ਫਿਰ ਕਿਹਾ ਵੀ ਸਾਡੇ ਬਾਬੇ ਦੀ ਡੇਰਾ ਸਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਬਾਰੇ ਗੱਲ ਸੀਗੀ, ਉਹ ਵੀ ਫਿਲਮ ਲੱਗਣੀ ਆ, ਤੁਸੀਂ ਫਿਲਮ ਰੋਕ ਕੇ ਦੇਖ ਲਿਓ, ਅਸੀਂ ਐ ਕਰ ਦਿਆਂਗੇ ਸਰੂਪ ਦੇ, ਨਹੀਂ ਤੁਹਾਡੇ ਅਸੀਂ ਗਲੀਆਂ ਨਾਲੀਆਂ ਦੇ ਵਿੱਚ ਅੰਗ ਕਰਕੇ ਖਿਲਾਰ ਦਿਆਂਗੇ। ਸੋ ਇਸ ਗੱਲ ਦੇ ਵਿੱਚ ਗੱਲ ਜਿਹੜੀ ਸੀਗੀ ਫਿਰ ਹੋਰ ਜ਼ਿਆਦਾ ਤਲਖ ਹੁੰਦੀ ਗਈ। ਉਹਨਾਂ ਦਿਨਾਂ ਦੇ ਵਿੱਚ ਕਿਸੇ ਨੂੰ ਵੀ ਕੋਈ ਵਹਿਮ ਨਹੀਂ ਸੀ ਰਿਹਾ ਕਿ ਇਹ ਸਾਰੀ ਕਰਤੂਤ ਡੇਰਾ ਸਰਸਾ ਵਾਲੇ ਦੀ ਆ, ਪਰ ਪੁਲਿਸ ਤੇ ਬਾਦਲ ਸਾਹਿਬ ਦੀ ਸਰਕਾਰ ਤੇ ਅਕਾਲੀ ਦਲ ਜਿਹਨੂੰ ਕਹਿੰਦੇ ਆ ਬਾਦਲ, ਇਹਨਾਂ ਨੇ ਇਸ ਪਾਸੇ ਵੱਲ ਨਾ ਧਿਆਨ ਦਿੱਤਾ ਤੇ ਨਾ ਕਿਸੇ ਦੀ ਗੱਲ ਸੁਣੀ, ਕਿਉਂਕਿ ਬਾਦਲ ਦਲ ਅਤੇ ਡੇਰਾ ਸਰਸਾ ਦੇ ਫਾਲੋਅਰ ਜਿਹੜੇ ਨੇ ਉਹ ਘਿਓ ਖਿਚੜੀ ਹੋ ਕੇ ਵਿਚਰਦੇ ਸੀਗੇ। ਤੇ ਜਿਹੜਾ ਮਹਿੰਦਰਪਾਲ ਬਿੱਟੂ ਬਾਅਦ ਵਿੱਚ ਮੁੱਖ ਦੋਸ਼ੀ ਬਣ ਕੇ ਸਾਹਮਣੇ ਆਇਆ, ਉਹ ਤਾਂ ਸੁਖਬੀਰ ਬਾਦਲ ਹੋਣਾ ਦੇ ਲਈ ਇੰਨੀ ਵੱਡੀ ਤੋਪ ਸੀਗਾ ਵੀ ਉਦੋਂ ਬਹੁਤ ਜ਼ਿਆਦਾ ਮਤਲਬ ਅਕਾਲੀ ਦਲ ਦੇ ਲੀਡਰਾਂ ਦੇ ਨਾਲੋਂ ਵੀ ਵੱਧ ਉਹਦੀ ਚੱਲਦੀ ਸੀ ਉਸ ਇਲਾਕੇ ਦੇ ਵਿੱਚ। ਤੇ ਅਕਾਲੀ ਦਲ ਦੇ ਲੀਡਰ, ਬਾਦਲ ਦਲ ਦੇ ਲੀਡਰ ਜਿਹੜੇ ਸੀਗੇ, ਉਹ ਵੀ ਇੰਨੀ ਜ਼ਿਆਦਾ ਪੁੱਛ ਗਿੱਛ ਡੇਰਾ ਸਰਸਾ ਵਾਲਿਆਂ ਦੀ ਕਰਦੇ ਕਰਾਉਂਦੇ ਸੀਗੇ ਵੀ ਆਮ ਜਿਹੜਾ ਗੁਰਸਿੱਖ ਸੀ ਜਾਂ ਆਮ ਪੰਥਕ ਬੰਦਾ ਸੀਗਾ, ਉਹ ਤਾਂ ਹਰ ਵੇਲੇ ਡਰਿਆ ਰਹਿੰਦਾ ਸੀਗਾ ਵੀ ਪਤਾ ਨਹੀਂ ਕਦੋਂ ਥਾਣੇ 'ਚ ਜਾ ਕੇ ਕਿਸੇ ਵੀ ਡੇਰਾ ਸਰਸਾ ਨਾਲ ਸੰਬੰਧਿਤ ਬੰਦੇ ਨੇ ਕੋਈ ਸਾਡੇ ਬਾਰੇ ਗੱਲ ਕਹਿਤੀ ਤਾਂ ਸਾਨੂੰ ਤਾਂ ਥਾਣੇ ਵਾਲਿਆਂ ਨੇ ਸਿੱਧਾ ਕਿਹਾ ਹੋਇਆ ਵੀ ਭਾਈ ਆਪਦੀ ਇੱਜ਼ਤ ਆਪਦੇ ਹੱਥ ਵਾ, ਸਾਨੂੰ ਤਾਂ ਉੱਪਰੋਂ ਹੁਕਮ ਆ ਵੀ ਡੇਰਾ ਸਰਸਾ ਵਾਲੇ ਜਿਹਦਾ ਵੀ ਨਾਂ ਲੈ ਦੇਣ ਤੁਸੀਂ ਚੱਕ ਲਿਆਉਣਾ ਤੇ ਪਰਚਾ ਦਰਜ ਕਰਕੇ ਜੇਲ੍ਹ ਤੱਕ ਦੇਣਾ, ਅਸੀਂ ਆਪੇ ਦੇਖ ਲਾਂਗੇ ਬਾਅਦ 'ਚ ਵੀ ਉਹ ਬੰਦੇ ਨਾਲ ਕਿਵੇਂ ਨਜਿੱਠਣਾ। ਪਰ ਇੱਕ ਵਾਰੀ ਡੇਰਾ ਸਰਸਾ ਦਾ ਜਿਹੜਾ ਵੀ ਬੰਦਾ ਆਵੇ ਉਹ ਇਹੀ ਕਵੇ ਕਿ ਮੈਂ ਜਦੋਂ ਜਾਣਾ ਤਾਂ ਮੇਰੇ ਜਾਣਸਾਰ ਜਿਹਨੂੰ ਮਰਜ਼ੀ ਮੈਂ ਨਾਂ ਲਵਾਂ ਪੁਲਿਸ ਚੱਕ ਲੈਂਦੀ ਆ, ਸਾਡੀ ਇੰਨੀ ਚੱਲਦੀ ਆ ਤੇ ਅਸੀਂ ਇਸ ਗੱਲ ਦੇ ਨਾਲ ਇਹਨਾਂ ਦੀਆਂ ਵੋਟਾਂ ਲੈਣੀਆਂ ਨੇ। ਤੋਂ ਬਾਦਲ ਸਾਹਿਬ ਦੇ ਜਾਂ ਬਾਦਲ ਦਲ ਦੇ ਜਾਂ ਅਕਾਲੀ ਦਲ ਦੇ ਇਹ ਜਿਹੜਾ ਨੀਤੀ ਨਿਸ਼ਾਨੇ ਸੀ, ਇਹਦੀ ਪੂਰਤੀ ਲਈ ਥਾਣਿਆਂ ਦੇ ਵਿੱਚ, ਦਫ਼ਤਰਾਂ ਦੇ ਵਿੱਚ ਅਫਸਰਾਂ ਵਾਂਗੂ ਭੰਗੀ ਦੱਸ ਜਾਂਦੇ ਹੁੰਦੇ ਸੀ ਡੇਰਾ ਸਰਸਾ ਦੇ। ਇਹਨਾਂ ਦੀ ਪੂਰੀ ਚੱਲਦੀ ਸੀ ਤੇ ਚੰਗੇ ਭਲੇ ਗੁਰਸਿੱਖ ਬੰਦੇ ਜਿਹੜੇ ਸੀਗੇ ਉਹਨਾਂ ਦੀ ਬੇਪੱਤੀ ਹੁੰਦੀ ਸੀ, ਉਹਨਾਂ ਨੂੰ ਕੋਈ ਪੁੱਛ-ਗਿੱਛ ਨਹੀਂ ਸੀ ਕਰਦਾ ਤੇ ਉਹਨਾਂ ਦੇ ਉਸ ਤੋਂ ਬਾਅਦ ਵਿੱਚ ਉਹ ਦਿਨ ਵੀ ਆਇਆ ਜਦੋਂ ਇਹਨਾਂ ਨੇ ਗਿਣ ਮਿੱਥ ਕੇ
ਉੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਪਾੜ ਕੇ ਅਗਨ ਥਾਂ ਥਾਂ ਤੇ ਗਲੀਆਂ ਨਾਲੀਆਂ ਵਿੱਚ ਖਿਲਾਰ ਦਿੱਤਾ। ਫਿਰ ਚੱਬੇ 'ਚ ਸਰਬੱਤ ਖਾਲਸਾ ਹੋਇਆ। ਸਰਬੱਤ ਖਾਲਸਾ ਤੋਂ ਬਾਅਦ ਬਾਦਲ ਦਲ ਨੇ ਉਹ ਸਾਰੇ ਬੰਦੇ ਜਿਹੜੇ ਸੀ ਉਹ ਫੜ ਕੇ ਜੇਲ੍ਹਾਂ 'ਚ ਤੁੰਨ ਦਿੱਤੇ। ਡੈਮੋਕ੍ਰੇਟਿਕ ਤੇ ਪੀਸਫੁਲ ਤਰੀਕੇ ਨਾਲ ਜਿਹੜੇ ਇਨਸਾਫ ਲੈਣਾ ਚਾਹੁੰਦੇ ਸੀ ਉਹਨਾਂ ਦਾ ਰਾਹ ਡੱਕ ਦਿੱਤਾ। ਤੇ ਦੂਜੇ ਪਾਸੇ ਜਿਹੜੇ ਉੱਥੇ ਕੋਟਕਪੂਰੇ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਦੇ ਲਈ ਮੋਰਚਾ ਲਾਈ ਬੈਠੇ ਸੀ, ਉੱਥੇ ਗੋਲੀ ਚਲਾਤੀ, 2 ਜਾਣੇ ਉੱਥੇ ਮਾਰ ਦਿੱਤੇ, ਸ਼ਹੀਦ ਕਰ ਦਿੱਤੇ। ਤੇ ਜਿਹੜਾ ਉੱਥੇ ਬੇਦੋਸ਼ੀ ਸੰਗਤ ਜਿਹੜੀ ਨਿਤਨੇਮ ਕਰ ਰਹੀ ਸੀ ਤੜਕੇ, ਉਹਨਾਂ ਤੇ ਗੰਦਾ ਪਾਣੀ ਸੁੱਟਿਆ, ਡਾਂਗਾਂ ਨਾਲ ਕਟਾਪਾ ਚਾੜਿਆ। ਤੇ ਪੁਲਿਸੀਆਂ ਨੇ ਉਹ ਬੁੱਚੜਪੁਣਾ ਜਿਹੜਾ ਜਨਰਲ ਡਾਇਰ ਵੇਲੇ ਹੋਇਆ ਸੀ ਉਹੀ ਇੱਥੇ ਕੀਤਾ। ਸੋ ਹਰ ਸੰਭਵ ਤਰੀਕੇ ਨਾਲ ਜਿਹੜਾ ਜ਼ੁਲਮ ਆ ਉਹ ਉਸ ਮੌਕੇ ਕਰਨ ਤੋਂ ਬਾਅਦ ਵਿੱਚ ਇਹ ਬਾਦਲ ਦਲ ਨੇ ਮੰਨ ਲਿਆ ਆਪਦੇ ਮਨ ਵਿੱਚ ਕਿ ਅਸੀਂ ਸਿੱਖਾਂ ਨੂੰ ਪੜ੍ਹਨੇ ਪਾਤਾ। ਤੇ ਡੇਰਾ ਸਰਸਾ ਵਾਲੇ ਵੀ ਇਹੀ ਸੋਚਦੇ ਰਹੇ ਕਿ ਸਾਡੀ ਪੂਰੀ ਚੱਲ ਗਈ ਆ ਤੇ ਅਸੀਂ ਸਿੱਖਾਂ ਨੂੰ ਦਬਾ ਲਿਆ ਵਾ। ਤੇ ਉਦੋਂ ਬਾਅਦ ਵਿੱਚ ਲਗਾਤਾਰ ਵਾਰਦਾਤਾਂ ਹੋਣ ਲੱਗੀਆਂ ਕਿ ਗੁਰਦੁਆਰਿਆਂ ਦੇ ਵਿੱਚ ਅੱਗ ਲੱਗਣ ਲੱਗ ਪਈ। ਕਿਸੇ ਥਾਂ ਤੇ ਖਬਰ ਆ ਜਾਣੀ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ ਜਿਹੜੀ ਆ ਹੋ ਗਈ। ਉਤੋਂ ਜੀ ਜਿਹੜਾ ਬੰਦਾ ਫੜਿਆ ਗਿਆ ਉਹ ਪਾਗਲ ਸੀਗਾ, ਦਿਮਾਗੀ ਤੌਰ ਤੇ ਠੀਕ ਨਹੀਂ ਸੀ, ਛੇਤੀ ਕਿਤੇ ਦਾ ਕੋਈ ਫੜਿਆ ਨਹੀਂ ਸੀ ਜਾਂਦਾ। ਤੇ ਜੇ ਕੋਈ ਫੜਿਆ ਜਾਂਦਾ ਸੀ ਤਾਂ ਪੁਲਿਸ ਵਾਲੇ ਪਹਿਲਾਂ ਹੀ ਪਰਚਾ ਬਣਾਈ ਬੈਠੇ ਹੁੰਦੇ ਸੀਗੇ ਵੀ ਇਹ ਤਾਂ ਮੈਂਟਲੀ ਤੌਰ ਤੇ ਠੀਕ ਨਹੀਂ ਹੈਗਾ। ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਕਰਨ ਕਰਾਉਣ ਵਾਲੇ ਸ਼ਰੇਆਮ ਟੈਲੀਵਿਜ਼ਨ ਦੇ ਚੈਨਲਾਂ ਦੇ ਉੱਤੇ ਕੈਮਰਾ ਦੇ ਮੂਹਰੇ ਆ ਕੇ ਦਮ ਗੱਜੇ ਮਾਰਦੇ ਹੁੰਦੇ ਸੀ ਵੀ ਹਾਂ ਅਸੀਂ ਬੇਅਦਬੀ ਕੀਤੀ ਆ, ਕਰੋ ਕੀ ਕਰਦੇ ਆ। ਇੱਥੋਂ ਤੱਕ ਵੀ ਹੋਇਆ ਵੀ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਵੀ ਇੱਥੇ ਵੀ ਬੇਅਦਬੀਆਂ ਦੀਆਂ ਘਟਨਾਵਾਂ ਆਮ ਵਾਪਰਨ ਲੱਗ ਪਈਆਂ। ਇਹ ਜਿਹੜਾ ਸਾਰਾ ਕੁਝ ਵਾਪਰਦਾ ਰਿਹਾ ਉਸ ਦੌਰ ਵਿੱਚ ਬਾਦਲ ਦਲ ਨੂੰ, ਕਿਉਂਕਿ ਵੱਡੇ ਬਾਦਲ ਦਾ ਇਹ ਬਿਆਨ ਬੜਾ ਚਰਚਾ 'ਚ ਰਿਹਾ ਕਿ ਮੈਨੂੰ ਤਾਂ ਕੀੜੀ ਵੀ ਧਰਤੀ ਤੇ ਚੱਲਦੀ ਦਾ ਪਤਾ ਵੀ ਉਹ ਕਿਵੇਂ ਚੱਲ ਰਹੀ ਆ ਜਾਂ ਕਿੱਥੇ ਕੋਈ ਗੱਲ ਵਾਪਰ ਰਹੀ ਆ, ਮੈਂ ਇੰਨਾ ਜ਼ਿਆਦਾ ਅਲਰਟ ਰਹਿਣਾ। ਬਾਦਲ ਪਰਿਵਾਰ ਨੂੰ ਨਿੱਕੀ ਤੋਂ ਨਿੱਕੀ ਗੱਲ ਦਾ ਪਤਾ ਸੀ ਕਿ ਡੇਰਾ ਸਰਸਾ ਵਾਲਿਆਂ ਨੇ ਕਿਵੇਂ ਬੇਅਦਬੀਆਂ ਕਰਵਾਈਆਂ ਨੇ ਤੇ ਕਿਵੇਂ ਹੋਰਨਾਂ ਥਾਵਾਂ ਤੇ ਉਹਨਾਂ ਬੇਅਦਬੀਆਂ ਨੂੰ ਕਰਵਾਇਆ ਜਾ ਰਿਹਾ। ਇਹ ਬੇਅਦਬੀਆਂ ਉਹਨਾਂ ਦੀ ਮਰਜ਼ੀ ਨਾਲ ਬੇਸ਼ੱਕ ਨਾ ਹੋ ਰਹੀਆਂ ਹੋਣ, ਪਰ ਉਹਨਾਂ ਨੂੰ ਅਹਿਸਾਸ ਜਾਂ ਪਤਾ ਓਨਾ ਹੀ ਸੀ ਜਿੰਨਾ ਪੰਜਾਬ ਦੇ ਇਕੱਲੇ ਸਿੱਖ ਨੂੰ ਪਤਾ ਸੀ ਕਿ ਇਹ ਡੇਰਾ ਸਰਸਾ ਵਾਲਿਆਂ ਦੀ ਕਰਤੂਤ ਹੈ। ਪਰ ਬਾਦਲ ਦਲ ਨੇ ਉਹਨਾਂ ਬੇਅਦਬੀ ਦੀਆਂ ਵਾਰਦਾਤਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਕਰਵਾਉਣ ਦੀ ਥਾਂ ਜਿਹੜੇ ਸਿੱਖ ਨੇ ਜਿੱਥੇ ਵੀ ਕਿਤੇ ਮਾੜੀ ਜੀ ਆਵਾਜ਼ ਬੁਲੰਦ ਕੀਤੀ ਉਹਦਾ ਜਿਹੜਾ ਨਗੰਦਾ ਕੱਸਣਾ ਚਾਹਿਆ। ਪੰਜਾਬ ਦੇ ਪਿੰਡਾਂ ਦੇ ਵਿੱਚ CID ਵਾਲੇ ਤੇ ਹੋਰ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੇ ਰਿਪੋਰਟਾਂ ਬਣਾ ਕੇ ਦਿੱਤੀਆਂ। ਸੋਸ਼ਲ ਮੀਡੀਆ ਤੇ ਉਹਨਾਂ ਸਿੱਖ ਬੱਚਿਆਂ ਨੂੰ ਜਿਹੜੇ ਬੇਅਦਬੀ ਦੇ ਖਿਲਾਫ ਲਿਖਦੇ ਕਰਦੇ ਸੀ ਜਾਂ ਜਿਹੜੇ ਸਿੱਖ ਜਜ਼ਬਾਤੀ ਸੀਗੇ ਤੇ ਨਾਅਰੇ ਜ਼ਿਆਦਾ ਮਾਰਦੇ ਜਾਂ ਮੂਹਰੇ ਆ ਕੇ ਜ਼ਿਆਦਾ ਰੋਸ ਮੁਜ਼ਾਹਰਿਆਂ ਦੇ ਮੌਕੇ ਕਰਦੇ ਆ, ਉਹਨਾਂ ਦੀਆਂ ਫਾਈਲਾਂ ਬਣਾ ਕੇ ਰੱਖੀਆਂ। ਹਰੇਕ ਥਾਣੇ ਦੇ ਵਿੱਚ ਉਸ ਥਾਣੇ ਦੇ ਅਧੀਨ ਪੈਂਦੇ ਪਿੰਡਾਂ ਦੇ ਵਿਚਲੇ ਉਹਨਾਂ ਗੁਰਸਿੱਖਾਂ ਦੀਆਂ ਲਿਸਟਾਂ ਜਿਹੜੀਆਂ ਸੀ ਮੋਸਟ ਵਾਂਟਡ ਵਾਂਗੂ ਬਣਾ ਲੀਆਂ ਬਈ ਆਹ ਬੰਦੇ ਪੰਥ ਪ੍ਰਸਤ ਨੇ ਤੇ ਇਹਨਾਂ ਨੂੰ ਬਾਲਾ ਜ਼ਿਆਦਾ ਦੁੱਖ ਵਾ ਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋ ਗਈ। ਹੁਣ ਜੇਕਰ ਤਾਂ ਅਸਲੀ ਅਕਾਲੀ ਦਲ ਹੁੰਦਾ ਤਾਂ ਉਹ ਉਹਨਾਂ ਗੁਰਸਿੱਖਾਂ ਨੂੰ ਸਭ ਤੋਂ ਵੱਧ ਮਾਣ ਸਤਿਕਾਰ ਦਿੰਦਾ। ਇਹ ਅਸਲੀ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਤਾਂ ਉਹ ਸਿੱਖ ਹੁੰਦੇ ਆ। ਅਸਲੀ ਅਕਾਲੀ ਦਲ ਦੇ ਅਸਲੀ ਸਮਰਥਕ ਤਾਂ ਉਹ ਸਿੱਖ ਹੀ ਹੋ ਸਕਦੇ ਆ ਜਿਹੜੇ ਅੱਜ ਦੇ ਇਹੋ ਜਿਹੇ ਕਲਯੁਗ ਦੇ ਪਹਿਰੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਪ੍ਰਤੀ ਬੇਅਦਬੀ ਪ੍ਰਤੀ ਇੰਨਾ ਜ਼ਿਆਦਾ ਆਪਦਾ ਮੋਹ ਪਿਆਰ ਦਿਖਾ ਰਹੇ ਨੇ, ਆਪਦੇ ਜਜ਼ਬਾਤਾਂ ਦਾ ਪ੍ਰਗਟਾਵਾ ਕਰ ਰਹੇ ਨੇ। ਇਹੋ ਜਿਹੇ ਸਿੱਖਾਂ ਨੂੰ ਤਾਂ ਅਕਾਲੀ ਦਲ ਦਾ ਮਤਲਬ ਆਪਾਂ ਕਹਿੰਦੇ ਖਜ਼ਾਨਾ ਹੋਣੇ ਚਾਹੀਦੇ ਆ। ਪਰ ਜੇ ਅਕਾਲੀ ਦਲ ਹੋਵੇ, ਹੁਣ ਇਹ ਹੈਗੀ ਆ ਇੱਕ ਸਿਆਸੀ ਜਮਾਤ ਜਿਹੜੀ ਵਪਾਰਕ ਹਿੱਤਾਂ ਤੋਂ ਚੱਲਦੀ ਆ, ਸਾਰੀ ਨੋਟ ਛਾਪਣੇ ਆ, ਸੱਤਾ ਮੰਨਣੀ ਆ, ਮਾਇਆ ਤੇ ਮੌਜਾਂ ਸਵਾਰਥ ਪੂਰੇ ਕਰਨੇ ਆ ਤੇ ਜਿਹੜੇ ਵੀ ਟੁੱਚਲ ਤੋਂ ਟੁੱਚਲ ਕੰਮ ਕਰਕੇ ਵੋਟਾਂ ਮਿਲਦੀਆਂ ਹੋਣ ਉਹ ਲੈ ਲਓ, ਜਿਹੜੇ ਵੀ ਗੱਲ ਦੇ ਨਾਲ ਲੋਕਾਂ ਦਾ ਪੈਸਾ ਤੁਹਾਡੀ ਜੇਬ ਚ ਆਉਂਦਾ ਹੋਵੇ ਉਹ ਕਰ ਲਓ। ਸੋ ਅਕਾਲੀ ਦਲ ਤਾਂ ਰਿਹਾ ਨਹੀਂ, ਹੁਣ ਬਾਦਲ ਦਲ ਵਾ। ਤੋ ਇਸ ਮੌਕੇ ਜਿਹੜਾ ਇਹ ਲੰਘ ਗਿਆ ਪੀਰੀਅਡ, ਉਹਦੇ ਵਿੱਚ ਬਾਦਲ ਕਿਆਂ ਨੇ ਪੰਜਾਬ ਦੀ ਸਿੱਖ ਜਵਾਨੀ ਨੂੰ ਜਾਂ ਆਮ ਸਿੱਖ ਭਾਵਨਾ ਨੂੰ ਇਹ ਸੁਨੇਹਾ ਲਾ ਦਿੱਤਾ ਕਿ ਤੁਸੀਂ ਇਹ ਸੋਚਦੇ ਹੋ ਕਿ ਕਾਂਗਰਸ ਬੜੀ ਜ਼ਾਲਮ ਆ, ਤੁਸੀਂ ਇਹ ਸਮਝਦੇ ਹੋ ਕਿ ਭਾਜਪਾ ਬੜੀ ਗਲਤ ਵਾ ਸਿੱਖੀ ਦੇ ਬਾਰੇ, ਪਰ ਬਾਦਲ ਦਲ ਕਿਹੜਾ ਚੰਗਾ।
ਬਾਦਲ ਦਲ ਦੇ ਰਾਜ ਵਿੱਚ ਵੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲਦੀਆਂ, ਬੇਅਦਬੀ ਦੇ ਦੋਸ਼ੀਆਂ ਨੂੰ ਫੜਿਆ ਨਹੀਂ ਜਾਂਦਾ, ਜਦੋਂ ਕਿ ਸ਼ਰੇਆਮ ਪਤਾ ਕਿ ਇਹ ਬੇਅਦਬੀਆਂ ਡੇਰਾ ਸਰਸਾ ਨਾਲ ਸੰਬੰਧਿਤ ਬੰਦਿਆਂ ਨੇ ਕੀਤੀਆਂ ਨੇ। ਇਹੋ ਜਿਹੇ ਮਾਹੌਲ ਵਿੱਚ ਜਿਹੜੇ ਜਜ਼ਬੇ ਵਾਲੇ ਸਿੱਖ ਨੇ, ਜਦੋਂ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਜੇ ਫੇਸਬੁੱਕ ਤੇ ਕੋਈ ਪੋਸਟ ਲਿਖੀ ਜਾਂ WhatsApp ਤੇ ਕੋਈ ਚੀਜ਼ ਲਿਖੀ, ਸੋਸ਼ਲ ਮੀਡੀਆ ਤੇ ਕੋਈ ਗੱਲ ਲਿਖੀ, ਤਾਂ ਸਾਨੂੰ ਥਾਣੇ ਸੱਦ ਲੈਣਗੇ। ਫਿਰ ਥਾਣੇ ਘਰ ਦੇ ਜਿਹੜੇ ਨੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਜਲੀਲ ਕਰਦੇ ਆ ਪੁਲਿਸ ਵਾਲੇ ਵੀ ਤੁਸੀਂ 2020 ਵਾਲਿਆਂ ਨਾਲ ਦੇ ਹੋ, ਤੁਸੀਂ ਦੱਸੋ ਕਿਹੜੇ ਖਾੜਕੂ ਨਾਲ ਤੁਹਾਡੇ ਸੰਬੰਧ ਨੇ, ਤੂੰ ਆ ਭਿੰਡਰਾਂ ਵਾਲੇ ਦੀ ਫੋਟੋ ਪਾਈ ਹੋਈ ਆ, ਤੂੰ ਜਿਹੜੀਆਂ ਇਹੋ ਜਿਹੀਆਂ ਤੱਤੀਆਂ ਪੋਸਟਾਂ ਪਾਉਣਾ, ਦੱਸ ਕਿਹੜੀ ਜਥੇਬੰਦੀ ਨਾਲ। ਉਹ ਇੱਕ ਆਮ ਸਧਾਰਨ ਬੰਦਾ ਜਿਹੜੇ ਮਨ ਵਿੱਚ ਕੌਮ ਦਾ ਦਰਦ ਵਾ, ਜਿਹੜਾ ਬੇਅਦਬੀ ਦੇ ਕਾਂਡ ਤੋਂ ਦੁਖੀ ਆ, ਉਸ ਬੱਚੇ ਨੂੰ ਕੋਈ ਸਮਝ ਤਾਂ ਲੱਗਦੀ ਨਹੀਂ। ਫਿਰ ਉਹ ਘਰ ਦੇ ਜਿਵੇਂ ਉਹਨੂੰ ਕਹਿੰਦੇ ਨੇ, ਉਹ ਕਿਉਂਕਿ ਪੁਲਿਸ ਅਫਸਰ ਕਹਿ ਰਿਹਾ ਹੁੰਦਾ ਵੀ ਸਾਨੂੰ ਯਾਰ ਸਾਫ਼ ਗੱਲ ਦੱਸ, ਜੇ ਤਾਂ ਤੂੰ 2020 ਵਾਲਿਆਂ ਨਾਲ ਆ ਜਾਂ ਫਲਾਨਿਆਂ ਨਾਲ ਆ, ਅਸੀਂ ਤੇਰੇ ਤੇ ਮੁਕੱਦਮਾ ਦਰਜ ਕਰਕੇ ਤੈਨੂੰ ਜੇਲ੍ਹ ਭੇਜ ਦਿੰਨੇ ਆ, ਤੇ ਨਹੀਂ ਅਸੀਂ ਇੱਥੋਂ ਲਿਖ ਦਿੰਨੇ ਆ ਵੀ ਉਹ ਤੋਂ ਗਲਤੀ ਹੋ ਗਈ, ਜੋ ਮਾਫੀ ਮੰਗਦਾ ਤੇਰੇ ਤੇ ਆ। ਉਹ ਘਰ ਦੇ ਜਦੀ ਕਹਿੰਦੇ ਆ ਜੀ ਕੋਈ ਗੱਲ ਨਹੀਂ, ਅਸੀਂ ਹੁਣੀ ਤੂੰ ਲਿਖ ਕੇ ਦੇ, ਤੂੰ ਮੈਂ ਫੇਸਬੁੱਕ ਹੀ ਬੰਦ ਕਰ ਦਿੰਨਾ ਜੀ, ਮੈਂ WhatsApp ਹੀ ਬੰਦ ਕਰ ਦਿੰਨਾ। ਇਸ ਤਰੀਕੇ ਨਾਲ ਜਦੋਂ ਉਹਨਾਂ ਨੂੰ ਹਰ ਤਰੀਕੇ ਨਾਲ ਹਰ ਢੰਗ ਤਰੀਕੇ ਨਾਲ ਧੱਕ ਕੇ ਕੰਧ ਨਾਲ ਲਾਇਆ ਜਾ ਰਿਹਾ, ਉਹਨਾਂ ਨੂੰ ਲਿਖਣ ਨਹੀਂ ਦਿੱਤਾ ਜਾ ਰਿਹਾ, ਬੋਲਣ ਨਹੀਂ ਦਿੱਤਾ ਜਾ ਰਿਹਾ, ਉਹਨਾਂ ਨੂੰ ਸਾਫ਼ ਦਿਖ ਰਿਹਾ ਹੈਗਾ ਵੀ ਚਾਹੇ ਜਿਹੜਾ ਮੋਰਚਾ ਮਰਜ਼ੀ ਲਾ ਲਓ, ਉਹਦੇ ਵਿੱਚੋਂ ਮਤਲਬ ਕੁਝ ਨਹੀਂ ਲੱਭਣਾ। ਬੇਦੋਸ਼ੀ ਸੰਗਤ ਉੱਥੇ ਬੈਠੇ ਆ, ਉਹ ਵਿਚਾਰੇ, ਤੇ ਪੁਲਿਸ ਵਾਲਿਆਂ ਨੂੰ ਤਾਂ ਲੰਗਰ ਪਾਣੀ ਛਕਾਈ ਜਾਂਦੇ ਸੀ, ਜਿਹੜੇ ਕੋਟਕਪੂਰੇ ਕਾਂਡ ਦੇ ਵਿੱਚ ਉੱਥੇ ਜਿਨ੍ਹਾਂ ਦੇ ਉੱਤੇ ਗੋਲੀ ਚੱਲੀ ਆ, ਜਿਨ੍ਹਾਂ ਨੂੰ ਮਾਰਿਆ ਗਿਆ, ਉਹ ਤਾਂ ਉੱਥੇ ਉਸੇ ਪੁਲਿਸ ਨੂੰ ਤਾਂ ਉਹ ਲੰਗਰ ਪ੍ਰਸ਼ਾਦਾ ਛਕਾਉਂਦੇ ਹੁੰਦੇ ਸੀਗੇ, ਜਿਹੜੇ ਬਾਅਦ ਚ ਡਾਂਗਾਂ ਖਾਂਦੇ ਰਹੇ। ਤਾਂ ਇਸ ਮਾਹੌਲ ਦੇ ਵਿੱਚ ਇਹ ਜਿਹੜੀ ਪੰਜਾਬ ਦੀ ਅੱਲੜ ਜਵਾਨੀ ਆ, ਜਾਣੀ ਕਿ ਜਿਨ੍ਹਾਂ ਦੀ ਉਮਰ 15 ਤੋਂ 25 ਸਾਲ ਦੇ ਵਿਚਾਲੇ ਆ ਨਾ, ਇਹਨਾਂ ਨੇ ਬੜੇ ਵੱਡੇ ਪੱਧਰ ਦੇ ਉੱਤੇ ਅੰਦਰੋਂ ਅੰਦਰੀ ਮਨ ਜਿਹੜਾ ਸੀਗਾ ਉਹ ਹੋਰ ਪਾਸੇ ਨਾਲ ਜੋੜ ਲਿਆ। ਤੇ ਜਿਹੜੀ ਇੱਥੇ ਕਿਹਾ ਜਾਂਦਾ ਕਿ ਜੀ ਅੱਤਵਾਦ ਆ ਗਿਆ, ਚਲੋ ਅੱਤਵਾਦ ਕਹਿੰਦੇ ਆ, ਅਸੀਂ ਖਾੜਕੂਵਾਦ ਕਹਿ ਦਿੰਦੇ ਆ, ਜਾਂ ਖਾਲਿਸਤਾਨੀ ਲਹਿਰ ਨਾਲ ਵੀ ਜੋੜ ਲੈਂਦੇ ਆ ਇਸ ਗੱਲ ਨੂੰ। ਇਹ ਜਿਹੜਾ ਪਿਛਲੇ ਸਮੇਂ ਦੇ ਵਿੱਚ ਭਾਣੇ ਵਾਪਰੇ ਆ, ਇਹ ਸਾਰੇ ਦੇ ਸਾਰੇ ਫਿਰ ਉਸ ਮਾਹੌਲ ਦੀ ਪ੍ਰੋਡਕਸ਼ਨ ਮੰਨੇ ਜਾ ਸਕਦੇ ਆ। ਇਹ ਉਸ ਮਾਹੌਲ ਤੋਂ ਪ੍ਰਭਾਵਿਤ ਹੋ ਕੇ ਇਸ ਪਾਸੇ ਨੂੰ ਆਏ। ਤੇ ਇਹ ਗੱਲ ਪੰਜਾਬ ਦੇ DGP ਦਿਨਕਰ ਗੁਪਤਾ ਤੇ ਹੋਰ ਸਾਰਿਆਂ ਨੇ ਮਤਲਬ ਇਹ ਗੱਲ ਕਹੀ ਆ ਵੀ ਜਿਹੜੀ ਬੇਅਦਬੀ ਕਾਂਡ ਆ, ਇਹ ਮੇਨ ਪੁਆਇੰਟ ਬਣਿਆ, ਤੇ ਇਹਦੇ ਨਾਲ ਜਿਹੜਾ ਹੈਗਾ ਖਾੜਕੂ ਲਹਿਰ ਨੂੰ ਜਾਂ ਇਹ ਸਾਰੇ ਚੀਜ਼ ਨੂੰ ਨਵੀਂ ਭਰਤੀ ਮਿਲੀ ਆ। ਹੁਣ ਜਿਹੜੀ ਅਖਬਾਰ ਦੀ ਰਿਪੋਰਟ ਆ, ਇਹਦੇ ਅਨੁਸਾਰ ਪਿਛਲੇ 2015 ਦੇ ਜੂਨ ਤੋਂ ਜਦੋਂ ਬੇਅਦਬੀ ਦਾ ਕਾਂਡ ਸ਼ੁਰੂ ਹੁੰਦਾ, ਮਾਰਚ 2017 ਤੱਕ ਦੇ ਵਿੱਚ ਜਿਹੜੇ ਬਾਅਦ ਚ ਫੜੇ ਫੜਾਈਏ ਹੋਇਆ, ਇਹ ਬਾਅਦ ਦੀ ਗੱਲ ਆ ਬਈ 29 ਟੈਰਰ ਮਾਡਲ ਕਹਿੰਦੇ ਆ, ਜਾਣੀ ਕਿ ਖਾੜਕੂਆਂ ਦੇ 29 ਅੱਡ ਜਿਹੜੇ ਗਰੁੱਪ ਨੇ, ਉਹਨਾਂ ਦੀ ਗ੍ਰਿਫਤਾਰੀ ਦੀ ਗੱਲ ਕਰਦਿਆਂ ਹੋਇਆ ਕਹਿੰਦੇ ਆ ਵੀ 147 ਇੰਟੈਰੋਗੇਸ਼ਨਾਂ ਹੋਈਆਂ, 147 ਬੰਦਿਆਂ ਦੀ ਇੰਟੈਰੋਗੇਸ਼ਨ ਹੋਈ, ਜਿਨ੍ਹਾਂ ਦੇ ਕੋਲੋਂ 200 ਤੋਂ ਵੱਧ ਵੈਪਨ ਮਿਲੇ ਨੇ, ਹਥਿਆਰ ਮਿਲੇ ਆ, 320 ਕਿਲੋ RDX ਰਿਕਵਰ ਹੋਇਆ। ਤੇ ਇਹਦੇ ਵਿੱਚ ਕੁਝ ਬੀਬੀਆਂ ਦਾ ਵੀ ਜ਼ਿਕਰ ਆ ਵੀ ਉਹਨਾਂ ਦੀ ਗ੍ਰਿਫਤਾਰੀਆਂ ਵੀ ਹੋਈਆਂ ਨੇ। ਅੱਗੇ ਉਹ ਲਿਖਦੇ ਆ ਕਿ ਇਹ ਜਿਹੜਾ ਸਾਰਾ ਹੁਣ ਨਵਾਂ ਯੂਥ ਇਸ ਪਾਸੇ ਨੂੰ ਆ ਰਿਹਾ, ਜਿਵੇਂ ਪਹਿਲਾਂ 1984 ਦੇ ਘੱਲੂਘਾਰਿਆਂ ਨੇ 1984 ਦੇ ਜੂਨ ਅਤੇ ਨਵੰਬਰ ਦੇ ਘਟਨਾਕ੍ਰਮ ਨੇ ਸਿੱਖ ਜਵਾਨੀ ਨੂੰ ਖਾੜਕੂਵਾਦ ਦੇ ਰਾਹ ਤੋਰਿਆ ਸੀ, ਉਵੇਂ ਹੀ ਹੁਣ ਬੇਅਦਬੀ ਕਾਂਡ ਨੇ ਸਿੱਖ ਜਵਾਨੀ ਨੂੰ ਹਥਿਆਰਬੰਦ ਹੋ ਕੇ ਆਪਦੇ ਮਸਲੇ ਹੱਲ ਕਰਨ ਵਾਲੇ ਪਾਸੇ ਤੋਰ ਦਿੱਤਾ ਹੈ। ਹੁਣ ਇਹ ਅਖਬਾਰ ਦੀ ਰਿਪੋਰਟ ਅੱਗੇ ਇਹ ਵੀ ਕਹਿੰਦੀ ਹੈ ਬਈ ਜਿਹੜੇ ਇਹ ਸਾਰੇ ਮੁੰਡੇ ਨੇ, ਇਹ ਘੱਟ ਉਮਰ ਦੇ ਨੇ ਤੇ ਜ਼ਿਆਦਾ ਕਰਕੇ ਸੋਸ਼ਲ ਮੀਡੀਆ ਤੋਂ ਪ੍ਰਭਾਵਿਤ ਹੋਏ ਆ, ਤੇ ਇਹਨਾਂ ਨੂੰ ਕਈ ਜਥੇਬੰਦੀਆਂ, ਖਾੜਕੂ ਜਥੇਬੰਦੀਆਂ ਦੇ ਨਾਂ ਲਿਖੇ ਨੇ ਵੀ ਇਹਨਾਂ ਨਾਲ ਇਹ ਜੁੜ ਕੇ ਕੰਮ ਕਰਦੇ ਆ। ਤੇ ਉਹ ਕਹਿੰਦੇ ਆ ਵੀ ਇਹ ਜਿਹੜੇ ਪੁੱਛਗਿੱਛਾਂ ਦੌਰਾਨ ਮੰਨਦੇ ਆ ਕਿ ਜਦੋਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਸੀ, ਫਿਰ ਸਾਨੂੰ ਉੱਥੇ ਰੈਡੀਕਲਾਈਜ਼ ਕਰ ਲਿਆ ਗਿਆ, ਫਿਰ ਸਾਨੂੰ ਲਿਓਰ ਕਰ ਲਿਆ ਗਿਆ। ਚਲੋ ਇਹ ਇਹਨਾਂ ਦੀ ਸ਼ਬਦਾਵਲੀ ਹੋ ਸਕਦੀ ਆ, ਪੁਲਿਸ ਦੀ ਤੇ ਮੀਡੀਆ ਦੇ ਕੁਝ ਹਿੱਸੇ ਦੀ ਸ਼ਬਦਾਵਲੀ, ਪਰ ਜੇਕਰ ਅਸੀਂ ਇਸ ਖਬਰ ਨੂੰ ਸਿੱਖ ਨਜ਼ਰੀਏ ਤੋਂ ਦੇਖੀਏ ਤਾਂ ਇਹਦਾ ਇੱਕ ਅਰਥ ਇਹ ਬਣਦਾ ਕਿ ਪੰਜਾਬ ਦੇ ਵਿੱਚ ਸਿੱਖ ਜਵਾਨੀ ਦਾ ਘਾਣ ਕਰਨ ਦਾ ਇੱਕ ਨਵਾਂ ਜਿਹੜਾ ਹੈਗਾ ਅਧਿਆਏ ਉਹ ਲਿਖਣ ਦੇ
ਰਾਹ ਬਣਾਏ ਜਾ ਰਹੇ ਆ। ਕਿਵੇਂ ਬਣਾਏ ਜਾ ਰਹੇ ਆ? ਜੇਕਰ ਮਾਰਚ 2017 ਜਿਹੜਾ ਹੈਗਾ, ਹੁਣ ਇਹ 2017 ਤੱਕ ਦਾ ਜਿਹੜਾ ਡਾਟਾ ਵਾ ਵੀ ਜੂਨ 2015 ਤੋਂ ਮਾਰਚ 17, ਅੱਜ ਹੈਗਾ ਵਾ ਅਕਤੂਬਰ 2019, ਤੇ ਜੇਕਰ ਉਦੋਂ 29 ਫੜੇ ਗਏ ਨੇ 2 ਸਾਲ ਵਿੱਚ ਤਾਂ ਹੁਣ ਬਾਅਦ ਵਾਲੇ ਲਾ ਲਓ, ਇਸ ਟਾਈਮ ਤੱਕ ਘੱਟੋ ਘੱਟ 50 ਤੋਂ ਉੱਪਰ ਟੈਰਰ ਮਾਡਲ ਇਹਨਾਂ ਨੇ ਫੜ ਲਏ ਹੋਣੇ ਆ, ਤੇ 500 ਦੇ ਲਾਗੇ ਸਿੱਖ ਨੌਜਵਾਨ ਜਿਹੜਾ ਹੈ ਉਹ ਫੜ ਲਿਆ ਹੋਣਾ 2015 ਤੋਂ ਲੈ ਕੇ ਹੁਣ ਤੱਕ। 500 ਨਹੀਂ ਤਾਂ 400 ਹੋਊਗਾ। ਹੁਣ ਜਿਹੜਾ 400 ਸਿੱਖ ਨੌਜਵਾਨ ਨਵਾਂ ਇਸ ਸੰਘਰਸ਼ ਦਾ ਹਿੱਸਾ ਬਣਿਆ, ਇਹਨਾਂ ਸਾਰਿਆਂ ਦੇ ਸਾਹਮਣੇ ਕੋਈ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਨਹੀਂ ਸੀ ਬੈਠੇ, ਜਿਹੜੇ ਪਹਿਲੋਂ ਤਾਂ ਇਹ ਇਲਜ਼ਾਮ ਲਾਉਂਦੇ ਰਹੇ ਨਾ, ਸਟੇਟ ਤੇ ਮੀਡੀਆ ਇਹ ਇਲਜ਼ਾਮ ਲਾਉਂਦੇ ਰਹੇ ਨੇ ਜਿਹੜੇ ਸਿੱਖ ਹੱਕਾਂ ਤੇ ਸਿੱਖ ਹਿੱਤਾਂ ਦੇ ਦੋਖੀ ਲੋਕ ਨੇ, ਖਾਸ ਤੌਰ ਤੇ ਭੰਡੀ ਪ੍ਰਚਾਰ ਮਹਿਕਮਾ, ਵੀ ਜੀ ਭਿੰਡਰਾਂ ਵਾਲਿਆਂ ਨੇ ਬੜੀ ਭੜਕਾਹਟ ਪੈਦਾ ਕਰਤੀ ਸੀ। ਤੇ ਆਹ ਜਿਹੜੇ ਮੁੰਡੇ 400-500 ਹੁਣ ਹਥਿਆਰ ਚੱਕੀ ਫਿਰਦੇ ਆ, ਜੇਕਰ ਭਾਰਤ ਦੀ ਧਰਤੀ ਤੇ ਪੰਜਾਬ ਦੇ ਪਿੰਡਾਂ ਵਿੱਚ ਜਿੱਥੇ ਕਿ ਹਰ ਤਰ੍ਹਾਂ ਦੇ ਮਾਹੌਲ ਦੇ ਵਿੱਚ ਉਹ ਆਰਾਮ ਨਾਲ ਬਾਕੀ ਵੀ ਰਹਿੰਦੇ ਸੀ ਤੇ ਉਹ ਵੀ ਰਹਿ ਸਕਦੇ ਸੀ, ਉਹਨਾਂ ਨੂੰ ਇਉਂ ਲੱਗਿਆ ਕਿ ਇੱਥੇ ਸਾਡੇ ਕੋਲ ਹੁਣ ਹੋਰ ਕੋਈ ਰਾਹ ਨਹੀਂ ਬਚਿਆ। ਫਿਰ ਤੁਸੀਂ ਕਹਿੰਦੇ ਹੋ, ਅਸੀਂ ਨਹੀਂ ਕਹਿੰਦੇ, ਪਰ ਤੁਹਾਡੀਆਂ ਮੀਡੀਆ ਰਿਪੋਰਟਸ ਕਹਿੰਦੀਆਂ ਨੇ ਕਿ ਪਾਕਿਸਤਾਨ ਨਾਲ ਲਿੰਕ ਜੋੜੇ, ਖਾੜਕੂਆਂ ਨਾਲ ਲਿੰਕ ਜੋੜੇ, ਜਾਂ ਉਹਨਾਂ ਨੇ ਜੋੜੇ ਜਾਂ ਇਹਨਾਂ ਨੇ ਜੋੜੇ ਹਥਿਆਰ ਆਏ। ਜੇਕਰ ਇਸੇ ਗੱਲ ਨੂੰ ਸੱਚ ਹੀ ਮੰਨ ਲਿਆ ਜਾਵੇ ਤਾਂ ਫਿਰ ਇਹ ਗੱਲ ਸਾਹਮਣੇ ਆਉਂਦੀ ਆ ਕਿ ਇਹ ਜਿਹੜੇ ਬੱਚੇ ਸੀ ਕੌਮ ਦੇ, ਜਿਨ੍ਹਾਂ ਦੇ ਵਿੱਚ ਹੋਰ ਬੜਾ ਕੁਝ ਕਰਨ ਕਰਾਉਣ ਦੀ ਸਮਰੱਥਾ ਸੀ, ਦੇਖੋ ਜਿਹੜੇ ਪੋਟੈਂਸ਼ੀਅਲ ਸੀ ਉਹਨਾਂ ਦਾ, ਉਹ ਕਿੱਡੇ ਉਹਨਾਂ ਦੇ ਅੰਦਰ ਜਜ਼ਬੇ ਸੀਗੇ, ਜਿਹੜੇ ਕਿ ਕਿਸੇ ਚੰਗੇ ਕਾਰਜ ਵਿੱਚ, ਹੋਰ ਕਿਸੇ ਵਧੀਆ ਕਾਰਜ ਵਿੱਚ, ਬਹੁਤ ਵਧੀਆ ਮਨੁੱਖਤਾ ਦੀ ਸੇਵਾ ਦੇ ਵਿੱਚ, ਪਰ ਉਹਨਾਂ ਨੂੰ ਇਉਂ ਹੀ ਲੱਗਿਆ ਕਿ ਹੁਣ ਸਾਡਾ ਜੀਣਾ ਮਰਨਾ ਹਰਾਮ ਆ, ਸਭ ਹਰਾਮ ਜੇਤਾ ਕੁਛ ਖਾਏ, ਵੀ ਸਾਡੇ ਇਸ਼ਟ ਦੀ ਬੇਅਦਬੀ ਹੋ ਰਹੀ ਆ, ਤੇ ਜਿਹੜੇ ਇਸ਼ਟ ਦੀ ਬੇਅਦਬੀ ਕਰਨ ਵਾਲੇ ਆ, ਇੰਡੀਅਨ ਸਟੇਟ ਸਿਸਟਮ ਉਹਨਾਂ ਦੇ ਹੱਕ 'ਚ ਖੜਾ, ਉਹਨਾਂ ਨੂੰ ਬਚਾ ਨਹੀਂ ਰਿਹਾ। ਤੇ ਚਾਹੇ ਸਰਕਾਰ ਬਦਲ ਕੇ ਦੇਖ ਲਓ, ਚਾਹੇ ਸਰਕਾਰ ਜਿਹੜੀ ਕੈਪਟਨ ਦੀ ਹੋਵੇ, ਚਾਹੇ ਬਾਦਲ ਦੀ ਹੋਵੇ, ਤੇ ਸਿੱਖ ਜਜ਼ਬਾਤਾਂ ਦੀ ਹੇਠੀ ਹੋ ਰਹੀ ਹੈ। ਤੇ ਕਿਉਂ ਨਾ ਕੋਈ ਹੋਰ ਰਾਹ ਲੱਭੀਏ? ਤਾਂ ਇਹਨਾਂ ਲੋਕਾਂ ਨੇ ਮੰਨ ਲਿਆ, ਆਪਾਂ ਇਹਨਾਂ ਦੀ ਰਿਪੋਰਟ ਦੇ ਹਿਸਾਬ ਨਾਲ ਹੀ ਚੱਲਦੇ ਹਾਂ, ਵੀ ਇਹਨਾਂ ਨੇ ਹਥਿਆਰ ਮੰਗਵਾ ਲਏ ਜਾਂ ਇਹਨਾਂ ਨੇ ਕੋਈ ਵਾਰਦਾਤਾਂ ਕਰਨੀਆਂ ਚਾਹੀਆਂ ਤੇ ਇਹ ਫੜੇ ਗਏ। ਹੁਣ ਚਲੋ ਅੱਜ ਟੈਕਨੋਲੋਜੀ ਦਾ ਜ਼ਮਾਨਾ, ਅੱਜ 1984-85 ਵਾਲਾ ਜਾਂ 1994 ਵਾਲਾ ਵੀ ਮਾਹੌਲ ਨਹੀਂ ਹੈਗਾ, ਅੱਜ 2019 ਦਾ ਜ਼ਮਾਨਾ। ਮੋਬਾਈਲ, ਕੰਪਿਊਟਰ, ਇੰਟਰਨੈਟ ਦੀ ਮਾਰ ਇੰਨੀ ਜ਼ਿਆਦਾ ਵੀ ਕੋਈ ਵੀ ਚੀਜ਼ ਕਿਸੇ ਵੀ ਥਾਂ ਦੇ ਉੱਤੇ ਬੈਠ ਕੇ ਉਹ ਸਾਰੀ ਟਰੈਕ ਕੀਤੀ ਜਾ ਸਕਦੀ ਆ, ਚਾਹੇ ਉਹ ਕਿਸੇ ਦਾ ਵੀ ਕੋਈ ਮੋਬਾਈਲ ਨੰਬਰ ਆ, ਕੋਈ WhatsApp ਨੰਬਰ ਆ, ਕੋਈ ਵੀ ਚੀਜ਼ ਸੁਰੱਖਿਅਤ ਨਹੀਂ ਹੈਗੀ, ਸਿਕਿਉਰ ਨਹੀਂ ਹੈਗੀ। ਜਦੋਂ ਵੀ ਕਿਸੇ ਦਾ ਨੰਬਰ ਪੁਲਿਸ ਅਫਸਰ ਚਾਹਣ ਉਹਨੂੰ ਟਰੇਸ ਕਰ ਸਕਦੇ ਆ, ਉਹਦਾ ਮੋਬਾਈਲ ਟਰੇਸ ਕਰ ਸਕਦੇ ਆ। ਈਵਨ ਕਿ ਸਾਨੂੰ ਤਾਂ ਇਹ ਵੀ ਦੱਸਿਆ ਜਾਂਦਾ ਕਿ ਮੋਬਾਈਲ ਜਦੋਂ ਬੰਦ ਹੋਇਆ ਹੁੰਦਾ, ਵੀ ਤੁਸੀਂ ਉਹਦਾ ਵਿੱਚ ਸਿਮ ਤੇ ਕਾਰਡ ਹਜੇ ਵਿੱਚ ਹੀ ਆ ਤੇ ਉਦਾਂ ਬੰਦ ਕੀਤਾ ਹੈ, ਤਾਂ ਵੀ ਉਹਦੀ ਲੋਕੇਸ਼ਨ ਜਿਹੜੀ ਹੈਗੀ ਆ ਉਹ ਫੜੀ ਜਾ ਸਕਦੀ ਆ। ਅੱਜ ਦੀ ਜਿਹੜੀ ਮਾਡਰਨ ਟੈਕਨੋਲੋਜੀ ਆ, ਇਹਦੇ ਜਿੱਥੇ ਫਾਇਦੇ ਨੇ ਵੀ ਮਿੰਟੋ ਮਿੰਟੀ ਅਸੀਂ ਦੁਨੀਆ ਭਰ ਦੇ ਵਿੱਚ ਸੰਪਰਕ ਬਣਾਉਣ ਜੋਗੇ ਆ, ਨਾਲ ਦੀ ਨਾਲ ਇਹਦਾ ਨੁਕਸਾਨ ਵੀ ਤਾਂ ਮਤਲਬ ਹੈਗਾ ਨਾ। ਤੋਂ ਖਾਸ ਤੌਰ ਦੇ ਉੱਤੇ ਜਿਹੜੇ ਇਹੋ ਜਿਹੇ ਰਾਹਾਂ ਤੇ ਤੁਰਦੇ ਆ, ਉਹਨਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਹੁੰਦਾ ਕਿ ਜੋ ਵੀ ਕੁਝ ਅਸੀਂ ਕਰਦੇ ਕਰਾਉਂਦੇ ਆ ਉਹ ਨਾਲ ਦੀ ਨਾਲ ਸਟੇਟ ਸਿਸਟਮ ਨੂੰ ਵੀ ਪਤਾ ਲੱਗ ਰਿਹਾ ਹੁੰਦਾ। ਤੋ ਇਸ ਤਰੀਕੇ ਨਾਲ ਬੰਦੇ ਫੜੇ ਜਾਂਦੇ ਆ। ਦੂਸਰੀ ਗੱਲ ਇਹ ਵੀ ਆ ਕਿ ਅਸੀਂ ਇਹ ਵੀ ਸੁਣਦੇ ਕਰਦੇ ਰਹੇ ਆ, ਖਾਸ ਤੌਰ ਤੇ ਅਸੀਂ ਜਿਹੜਾ ਕੱਟੀਆਂ ਨੇ ਜਾਂ ਅਸੀਂ ਸਾਰਾ ਕੁਝ ਦੇਖਿਆ, ਉਹਦੇ ਵਿੱਚ ਅਸੀਂ ਇਹ ਚੀਜ਼ ਨੋਟ ਕੀਤੀ ਆ ਕਿ ਕਈ ਪੁਲਿਸ ਅਫਸਰ ਇਹੋ ਜਿਹੇ ਨੇ ਜਿਨ੍ਹਾਂ ਨੇ ਇਹ ਮੰਨ ਲਿਆ ਹੈਗਾ ਕਿ ਸਿੱਖਾਂ ਦੇ ਮੁੰਡਿਆਂ ਨੇ ਉਹਨਾਂ ਮੁੱਦਿਆਂ ਲਈ ਉੱਠਣਾ ਹੀ ਉੱਠਣਾ ਜਿਨ੍ਹਾਂ ਦਾ ਹਜੇ ਹੱਲ ਨਾ ਹੋਇਆ ਤੇ ਨਾ ਹੋਣਾ ਕਦੇ। ਜਿਹੜੇ ਮੁੱਦੇ ਪਿਛਲੇ 15, 20, 30, 35 ਸਾਲਾਂ ਤੋਂ ਕੌਮ ਨੂੰ, ਸਿੱਖਾਂ ਨੂੰ ਜ਼ਖਮੀ ਕਰਕੇ ਜਜ਼ਬਾਤੀ ਕਰਦੇ ਰਹੇ ਨੇ, ਉਹਨਾਂ ਮੁੱਦਿਆਂ ਦਾ ਹੱਲ ਅਜੇ ਹੋਇਆ ਨਹੀਂ ਤੇ ਗਾਂਹ ਹੋਣ ਦੀ ਸੰਭਾਵਨਾ ਨਹੀਂ ਹੈਗੀ। ਇਸ ਕਰਕੇ ਬਹੁਤ ਕਈ ਪੁਲਿਸ ਮੁਲਾਜ਼ਮਾਂ ਨੇ, ਪੁਲਿਸ ਅਫਸਰਾਂ ਨੇ ਇਹ ਸੋਚ ਲਿਆ ਵੀ ਇਹ ਤੋਂ ਪਹਿਲਾਂ ਕਿ ਇਹ ਪਾਕਿਸਤਾਨ ਨਾਲ, ਖਾੜਕੂਆਂ ਨਾਲ ਲਿੰਕ ਬਣਾ ਕੇ ਕੋਈ ਕਹਾਣੀ ਖੜੀ ਕਰਨ, ਇਹਨਾਂ ਨੇ ਪੰਗਾ ਤਾਂ ਲੈਣਾ ਹੀ ਲੈਣਾ, ਕਿਉਂ ਨਾ ਆਪਾਂ ਹੀ ਇਹਨਾਂ ਨੂੰ ਕਿਸੇ ਤਰੀਕੇ ਨਾਲ ਉਲਝਾ ਲਈਏ। ਤੋਂ ਆਪਦੇ ਕੈਟਾਂ ਟੋਟਾਂ ਰਾਹੀਂ ਸੋਸ਼ਲ ਮੀਡੀਆ ਦੇ ਉੱਤੇ, ਫੇਸਬੁੱਕ ਦੇ ਉੱਤੇ, WhatsApp ਦੇ ਉੱਤੇ ਇਹੋ ਜਿਹੇ ਨੌਜਵਾਨਾਂ ਨਾਲ ਸੰਪਰਕ ਬਣਾ ਕੇ ਉਹਨਾਂ ਨੂੰ ਆਪਦੇ ਟਰੈਪ ਵਿੱਚ ਫਸਾ ਕੇ, ਆਪ ਹੀ ਉਹਨਾਂ ਦੇ ਕੋਲ ਹਥਿਆਰ ਉੱਪੜਦੇ ਕਰਕੇ
ਜਦੋਂ ਉਹਨਾਂ ਦੀ ਗ੍ਰਿਫਤਾਰੀ ਦੀ ਫਿਰ ਧੂਆਂਧਾਰ ਖਬਰ ਲੱਗਦੀ ਆ, ਉਹ ਬੰਦੇ ਨੂੰ ਨਾਭੇ ਜੇਲ੍ਹ ਦੇ ਵਿੱਚ ਜਾ ਕੇ ਵੀ ਪਤਾ ਨਹੀਂ ਲੱਗਦਾ, ਸਮਝ ਨਹੀਂ ਆਉਂਦੀ। ਉਹ ਇਹੀ ਸਮਝਦਾ ਰਹਿੰਦਾ ਕਿ ਮੇਰੇ ਤੋਂ ਹੀ ਕੋਈ ਗੜਬੜ ਹੋ ਗਈ, ਨਹੀਂ ਤਾਂ ਅਸੀਂ ਪਤਾ ਨਹੀਂ ਕੀ ਕੌਮ ਦਾ ਆਹ ਕਰ ਦਿੰਦੇ ਤੇ ਉਹ ਕਰ ਦਿੰਦੇ। ਹੁਣ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ, ਮੈਂ ਵੀ ਨਾਭਾ ਜੇਲ੍ਹ ਰਿਹਾ, ਉੱਥੇ ਅਸੀਂ ਦੇਖਦੇ ਹੁੰਦੇ ਸੀ ਵੀ ਜਿਹੜੇ ਸਰਸੇ ਵਾਲੇ ਨੂੰ, ਭਨਿਆਰੇ ਵਾਲੇ ਨੂੰ, ਨੂਰ ਮਹਿਲੀਏ ਨੂੰ, ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਡੇਰੇ ਸਰਸਾ ਨਾਲ ਸੰਬੰਧਿਤ ਜਾਂ ਕੋਈ ਹੋਰ ਆ, ਵੀ ਇਹਨਾਂ ਨੂੰ ਅਸੀਂ ਸੋਧਣਾ ਜੀ। ਇਹ ਕਹਿਣ ਵਾਲੇ ਘੱਟੋ ਘੱਟ 1000 ਮੁੰਡਾ ਪਿਛਲੇ 10 ਸਾਲਾਂ ਦੇ ਵਿੱਚ ਨਾਭਾ ਜੇਲ੍ਹ ਜਾਂ ਹੋਰ ਜੇਲ੍ਹਾਂ 'ਚ ਪਹੁੰਚ ਗਿਆ ਹੋਣਾ। ਉਹਨਾਂ ਦੀ ਤਾਂ ਚਿੱਪਰ ਨਹੀਂ ਲੱਥੀ, ਪਰ ਸਾਡੀ ਕੌਮ ਦੇ ਬੱਬਰ ਸ਼ੇਰ ਜਿਹੜੇ ਨੇ, ਦੇਖੋ ਗੱਲ ਇਹ ਹੈਗੀ ਆ ਕਿ ਸ਼ੇਰ ਨੂੰ ਫੜ ਲਈ ਬੱਕਰੀ ਬੰਨੀ ਜਾਂਦੀ ਹੈ। ਅਸਲ ਵਿੱਚ ਆ ਸੂਰੀ ਸਾਰੀ ਵਰਗੇ ਜਾਂ ਹੋਰ ਕਈ ਹਿੰਦੂ ਕੱਟੜਪੰਥੀ ਸਿੱਖਾਂ ਨੂੰ ਭੜਕਾਉਣ ਲਈ ਸਟੇਟ ਨੇ ਇਸੇ ਕਰਕੇ ਰੱਖੇ ਹੋਏ ਨੇ ਕਿ ਤੱਤੀਆਂ ਗੱਲਾਂ ਕਰੋ ਤੇ ਜਿਹੜੇ ਸਿੱਖਾਂ ਦੇ ਮੁੰਡਿਆਂ ਦੇ ਜਜ਼ਬੇ ਭੜਕੇ ਹੋਏ ਨੇ ਉਹਨਾਂ ਦਾ ਸਾਨੂੰ ਪਤਾ ਲੱਗੇ। ਮੰਨ ਲਓ ਕੋਈ ਸਿੱਖਾਂ ਦਾ ਮੁੰਡਾ ਬੇਅਦਬੀ ਕਾਂਡ ਕਰਕੇ ਦੁਖੀ ਹੋਇਆ ਵਾ, ਤੇ ਉਸ ਬੰਦੇ ਦੀਆਂ ਸਾਰੀਆਂ ਜਿਹੜੀਆਂ ਨੇ ਆਸਾਂ ਸਾਰੇ ਪਾਸੋਂ ਮੁੱਕ ਚੁੱਕੀਆਂ ਨੇ। ਹੁਣ ਉਹਨੂੰ ਨਾ ਤਾਂ ਬਰਗਾੜੀ ਮੋਰਚੇ ਤੋਂ ਕੋਈ ਆਸ ਆ, ਨਾ ਉਹਨੂੰ ਕਿਸੇ ਹੋਰ ਬੰਦੇ ਤੋਂ, ਜਥੇਦਾਰ ਤੋਂ ਕੋਈ ਆਸ ਆ। ਉਹਨੂੰ ਲੱਗਦਾ ਹੈਗਾ ਕਿ ਮੈਂ ਕਿਉਂ ਨਾ ਕੋਈ ਇਹੋ ਜਿਹੀ ਕੋਈ ਖੇਡ ਖੇਡਾਂ, ਮੈਂ ਐਂ ਕਰ ਸਕਦਾ, ਮੈਂ ਉਹ ਕਰ ਸਕਦਾ। ਤੇ ਇਹ ਲੋਕ ਜਦੋਂ ਇਸ ਤਰੀਕੇ ਨਾਲ ਮੁੰਡੇ ਸੋਚ ਰਹੇ ਹੁੰਦੇ ਆ, ਉਹੋ ਜਿਹੇ ਮੌਕੇ ਉਹਨਾਂ ਦੇ ਪੁਲਿਸ ਦੇ ਕਿਸੇ ਜਾਲ 'ਚ ਫਸ ਕੇ ਜਦੋਂ ਉਹ ਬੰਦੇ ਜੇਲ੍ਹ ਪਹੁੰਚ ਜਾਂਦੇ ਆ, ਤਾਂ ਉੱਥੇ ਗਿਆਨ ਨੂੰ ਵੀ ਕੋਈ ਉੱਥੇ ਸਮਝਾ ਨਹੀਂ ਸਕਦਾ, ਮਨਾ ਨਹੀਂ ਸਕਦਾ, ਕਿਉਂਕਿ ਗੇਮ ਇੰਨੀ ਜ਼ਿਆਦਾ ਬਰੀਕੀ ਨਾਲ ਬੁਣੀ ਹੋਈ ਹੁੰਦੀ ਆ ਕਿ ਬੰਦਾ ਉਹਦੇ ਵਿੱਚ ਫਸਦਾ ਹੀ ਫਸਦਾ। ਸੈਂਕੜੇ ਹੀ ਇਹੋ ਜਿਹੇ ਅਸੀਂ ਕਾਂਡ ਦੇਖ ਚੁੱਕੇ ਆ ਜਿਹਦੇ ਵਿੱਚ ਸਾਨੂੰ ਸਮਝ ਤਾਂ ਲੱਗ ਸਕਦੀ ਹੁੰਦੀ ਆ ਵੀ ਇਹ ਗੱਲਬਾਤ ਇਦਾਂ ਵਾਪਰੀ ਹੋਣੀ ਆ, ਪਰ ਕੋਈ ਸਬੂਤ ਜਾਂ ਪ੍ਰੂਫ ਨਹੀਂ ਹੁੰਦਾ। ਜਿਵੇਂ ਪੈਂਕੀ ਕੈਟ ਨੇ ਕਿਹਾ ਬਈ ਚਿੱਟੇ ਕੁੜਤੇ ਪਜਾਮੇ ਤੇ ਪੀਲੇ ਪਰਨੇ ਬੰਨ ਕੇ ਥਾਣਿਆਂ 'ਚੋਂ ਬੰਦੇ ਨਿਕਲਦੇ ਸੀ ਤੇ ਉਹ ਫਿਰ ਵਾਰਦਾਤਾਂ ਕਰਦੇ ਸੀ, ਤੇ ਉਹ ਇਸ ਤਰ੍ਹਾਂ ਹੁੰਦਾ ਸੀ। ਇਹ ਗੱਲ ਪਹਿਲਾਂ ਵੀ ਬੜੀ ਚੱਲਦੀ ਰਹੀ ਆ ਵੀ ਕੈਟ ਟੋਲੇ ਏਦਾਂ ਕਰਦੇ ਆ। ਸੰਤੋਖੇ ਕੈਟ ਦਾ ਵੀ ਪਤਾ, ਆਲਮ ਸੈਨਾ ਦਾ ਪਤਾ, ਬਿਰਕ ਸੈਨਾ ਦਾ ਚਰਚਾ ਚੱਲਦਾ ਰਿਹਾ, ਹੋਰ ਬੜੇ ਕਿਸੇ ਦੇ ਚਰਚੇ ਚੱਲਦੇ ਰਹੇ। ਪਰ ਅੱਜ ਦੇ ਦੌਰ ਵਿੱਚ ਵੀ ਕੈਟ ਜਿਹੜੇ ਨੇ, ਅੱਜ ਵੀ ਟਾਊਟ ਜਿਹੜੇ ਨੇ, ਉਹ ਅੱਜ ਵੀ ਸੋਸ਼ਲ ਮੀਡੀਆ ਦੇ ਰਾਹੀਂ ਸਿੱਖ ਬੱਚਿਆਂ ਨੂੰ ਆਪਦੇ ਜਾਲ 'ਚ ਫਸਾਉਣ ਦੇ ਲਈ ਪੂਰੀ ਤਰ੍ਹਾਂ ਉਵੇਂ ਹੀ ਸਰਗਰਮ ਨੇ ਜਿਵੇਂ ਕਿਸੇ ਟਾਈਮ ਪਹਿਲਾਂ ਸਰਗਰਮ ਰਹੇ ਨੇ। ਹੁਣ ਵੀ ਖੇਡਾਂ ਖੇਡੀਆਂ ਜਾਂਦੀਆਂ ਨੇ। ਤੋ ਜਿਹੜੇ ਸਿੱਖ ਬੱਚਿਆਂ ਨੇ ਆਪਦੇ ਵੱਲੋਂ ਕੌਮ ਦੀ ਸੇਵਾ ਸਮਝਦੇ ਹੁੰਦੇ ਆ ਵੀ ਅਸੀਂ ਖਨੀ ਕੌਮ ਦੀ ਸੇਵਾ ਕਰ ਰਹੇ ਹਾਂ, ਪਰ ਹਕੀਕਤ ਵਿੱਚ ਉਹ ਕਿਸੇ ਸਰਕਾਰੀ ਖੇਡ ਦਾ ਹਿੱਸਾ ਹੁੰਦੇ ਆ। ਤੋ ਜਿਹੜੇ ਇੱਕ ਆਪਾਂ ਦੇਖ ਰਹੇ ਹੈਗੇ ਆ ਕਿ ਇਨਸਾਫ ਦੀ ਆਸ ਹੁੰਦੀ ਆ, ਜਦੋਂ ਉਹ ਬੰਦੇ ਨੂੰ ਜਿਉਂਦਾ ਰੱਖਦੀ ਆ ਵੀ ਸ਼ਾਇਦ ਹੋ ਸਕਦਾ, ਕਿਉਂਕਿ ਹਰੇਕ ਬੰਦਾ ਗੰਨ ਦਾ ਹਾਮੀ ਨਹੀਂ ਹੁੰਦਾ। ਬਾਹਲੇ ਜ਼ਿਆਦਾ ਸਿੱਖ ਵੀ ਇਸ ਚੀਜ਼ ਤੋਂ ਕਹਿੰਦੇ ਆ ਵੀ ਨਹੀਂ ਜੀ, ਆਪਾਂ ਭਾਰਤੀ ਸਿਸਟਮ ਵਿੱਚ ਯਕੀਨ ਰੱਖੋ, ਇਨਸਾਫ ਮਿਲੂਗਾ। ਇਨਸਾਫ ਜਿਹੜਾ ਹੈ ਉਹਦਾ ਹਾਲ ਇਹ ਆ ਵੀ ਜੇਕਰ ਡੇਰਾ ਸਰਸਾ ਵਾਲਿਆਂ ਬਾਰੇ ਬੱਚੇ ਨੂੰ ਪਤਾ ਸੀ ਕਿ ਬੇਅਦਬੀ ਇਹਨਾਂ ਨੇ ਕੀਤੀ ਆ, ਤਾਂ ਇਹਨਾਂ ਨੇ ਫੜਨ ਦੀ ਬਜਾਏ ਉਲਟਾ ਸਿੱਖਾਂ ਨੂੰ ਲਤਾੜਿਆ। ਉਸ ਦੌਰ ਦੇ ਵਿੱਚ ਜਿਹੜੇ ਆਪਾਂ 150 ਦੇ ਕਰੀਬ ਬੱਚਿਆਂ ਦੀ ਗੱਲ ਕਰ ਰਹੇ ਹੈਗੇ ਆ ਕਿ 2017 ਤੋਂ ਪਹਿਲਾਂ ਮਾਰਚ ਤੋਂ 147 ਜਿਹੜੇ ਸਿੱਖ ਸੀਗੇ ਨੌਜਵਾਨ ਉਹ ਫੜੇ ਗਏ ਆ, ਤੇ ਉਦੋਂ ਬਾਅਦ 'ਚ ਜਿਹੜੇ 2019 ਤੱਕ ਲਾ ਲਓ ਵੀ 400 ਬੱਚਾ ਹੋ ਗਿਆ ਹੋਣਾ, 400 ਸਿੰਘ ਜਿਹੜਾ 'ਚ ਚਲੇ ਗਿਆ ਹੋਣਾ। ਇਹ ਜਿਹੜੇ ਹੁਣ ਵਾਪਰਿਆ ਬਰਗਾੜੀ ਕਾਂਡ ਤੋਂ ਬਰਗਾੜੀ ਮੋਰਚੇ ਦੀ ਜਿਹੜੀ ਐਂਡ ਹੋਇਆ, ਜਿਸ ਤਰੀਕੇ ਦੇ ਨਾਲ ਉੱਥੇ ਵਾਅਦੇ ਕਰਨ ਤੋਂ ਬਾਅਦ ਸ਼ਰੇਆਮ ਸਰਕਾਰ ਮੁੱਕਰੀ ਆ, ਜਿਸ ਤਰੀਕੇ ਦੇ ਨਾਲ ਭਾਈ ਧਿਆਨ ਸਿੰਘ ਮੰਡ ਦਾ ਪੰਥ ਵਿੱਚ ਹੁਣ ਸਤਿਕਾਰ ਤੇ ਵਕਾਰ ਘਟਿਆ, ਕਿਉਂਕਿ ਲੋਕਾਂ ਨੂੰ ਉਹਨਾਂ ਨੂੰ ਤਸੱਲੀ ਨਹੀਂ ਹੋਈ ਕਿ ਮੋਰਚਾ ਕਿਉਂ ਚੱਕ ਲਿਆ ਗਿਆ। ਜਿਹੜਾ ਇਹ ਸਾਰਾ ਮਾਹੌਲ ਆ, ਇਸ ਮਾਹੌਲ ਦੇ ਵਿੱਚ ਹੋਰ ਜ਼ਿਆਦਾ ਨਿਰਾਸ਼ਾ, ਹੋਰ ਜ਼ਿਆਦਾ ਲੋਕਾਂ ਦੇ ਵਿੱਚ ਡਿਪਰੈਸ਼ਨ ਆਉਂਦੀ ਆ, ਤੇ ਸਿੱਖ ਯੂਥ ਜਿਹੜਾ ਹੈ ਉਹ ਹੋਰ ਜ਼ਿਆਦਾ ਦੂਜੇ ਪਾਸੇ ਜਾਣ ਵਾਲੇ ਹਾਲਾਤ ਵਿੱਚ ਚਲੇ ਜਾਂਦਾ। ਸੋ ਜਿਹੜੇ ਸਾਡੀ ਕੌਮ ਦੇ ਸਿਆਣੇ ਤੇ ਦਾਨਸ਼ਵਰ ਲੋਕ ਨੇ, ਉਹਨਾਂ ਨੂੰ ਇਸ ਗੱਲ ਵੱਲ ਸੋਚਣਾ ਚਾਹੀਦਾ ਕਿ ਸਾਡੀ ਕੌਮ ਦੀ ਜਵਾਨੀ ਆ ਜਿਹੜੀ, ਉਹਨੂੰ ਸਹੀ ਅਤੇ ਸਾਰਥਕ ਸੇਧ ਆ ਜਿਹੜੀ ਉਹ ਮਿਲਣੀ ਚਾਹੀਦੀ ਆ। ਪਿੱਛੇ ਜੇ ਜਦੋਂ ਜੱਗੀ ਜੋਹਲ ਹੁਣਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਜਾਂ ਹੋਰ ਕਈ ਇਸ ਤਰ੍ਹਾਂ ਦੇ ਮਾਮਲੇ ਆਏ, ਉਦੋਂ ਵੀ ਅਸੀਂ ਇਹ ਚਰਚਾ ਕੀਤੀ ਸੀ ਬਈ ਦੇਖੋ ਜੱਗੀ ਜੋਹਲ ਇੰਗਲੈਂਡ ਦਾ ਸਿਟੀਜ਼ਨ ਆ, ਉੱਥੇ ਉਹ ਆਰਾਮ ਨਾਲ ਮੌਜਾਂ ਵਾਲੀ ਜ਼ਿੰਦਗੀ, ਉਹਨੇ ਕੀ ਲੈਣਾ ਪੰਜਾਬ ਦੇ ਵਿੱਚ ਸਿੱਖਾਂ ਨਾਲ ਕੀ ਵਾਪਰ ਰਿਹਾ ਤੇ ਕਿਉਂ ਵਾਪਰ ਰਿਹਾ। ਕਿਹੜੀ ਜੇਕਰ ਇਹ ਜਿਹੜੀ ਗੱਲ ਇਹ ਕਹਿੰਦੀ ਆ, ਸਟੇਟ ਸਿਸਟਮ ਕਹਿੰਦਾ ਕਿ ਜੇ ਉਹ ਖਾੜਕੂਆਂ ਦਾ ਏਦਾਂ ਸਪੋਰਟਰ ਸੀ ਤੇ ਆਹ ਸੀ, ਜੇਕਰ ਉਹ ਵਾਕਈ ਏਦਾਂ ਸੀ, ਉਹਦੀ ਗੱਲ ਸਰਕਾਰ ਦੀ ਆਪਾਂ ਸੱਚ ਮੰਨ ਹੀ ਲਈਏ, ਤਾਂ ਫਿਰ
ਇਸ ਗੱਲ ਤੋਂ ਚਿੰਤਾ ਕਰਨ ਦੀ ਲੋੜ ਆ ਸਟੇਟ ਸਿਸਟਮ ਨੂੰ, ਉਹਨਾਂ ਕਾਰਨਾਂ ਨੂੰ ਦੂਰ ਕਰਨ ਦੀ ਲੋੜ ਆ ਜਿਹਦੀ ਕਰਕੇ ਜੱਗੀ ਜੌਹਲ ਵਰਗੇ ਦੂਜੇ ਵਿਦੇਸ਼ਾਂ ਵਿੱਚ ਬੈਠੇ ਹੋਏ, ਨਾ ਤਾਂ ਕੋਈ ਉਹ ਬਹੁਤ ਕੱਟੜਪੰਥੀ ਸਿੱਖ ਸੀਗਾ, ਨਾ ਉਹਦੇ ਜੀਵਨ ਦੇ ਵਿੱਚ ਕੋਈ ਉਹੋ ਜਿਹੀ ਗੱਲ ਸੀ ਕਲੀਨ ਸ਼ੇਵਡ, ਉਹ ਜਿਵੇਂ ਆਮ ਸਿੱਖਾਂ ਦੇ ਮੁੰਡੇ ਮੌਜਾਂ ਵਾਲੀ ਜ਼ਿੰਦਗੀ ਜਿਉਂਦੇ ਆ, ਉਹਦੀ ਸ਼ਕਲ ਸੂਰਤ ਉੱਦਾਂ ਦੀ ਸੀ। ਪਰ ਉਸ ਸਿੱਖ ਬੱਚੇ ਨੇ ਜੇਕਰ ਆਪਦੀ ਐਸ਼ਾਂ ਵਾਲੀ ਜ਼ਿੰਦਗੀ ਛੱਡ ਕੇ ਇਹ ਰਾਹ ਚੁਣਿਆ ਤਾਂ ਕਿਹੜੇ ਉਹ ਕਾਰਨ ਨੇ ਜਿਹਦੀ ਕਰਕੇ ਅੱਜ ਵੀ ਸਿੱਖ ਜਵਾਨੀ ਐਸ਼ੋ ਇਸ਼ਰਤ ਵਾਲੇ ਰਾਹਾਂ ਨੂੰ ਛੱਡ ਕੇ ਇਹਨਾਂ ਕੰਡਿਆਲੇ ਰਾਹਾਂ ਤੇ ਤੁਰਨ ਲਈ ਤਿਆਰ ਹੋ ਜਾਂਦੀ ਹੈ। ਉਹ ਕਾਰਨ ਲੱਭ ਕੇ ਉਹਨਾਂ ਨੂੰ ਦੂਰ ਕਰਨ ਦੀ ਬਜਾਏ ਉਲਟਾ ਸਟੇਟ ਸਿਸਟਮ ਹੋਰ ਜੱਗੀ ਜੌਹਲ ਪੈਦਾ ਕਰਨ ਵਾਲੇ ਰਾਹ ਤੁਰਿਆ ਹੋਇਆ, ਜਿਹੜਾ ਕਿ ਇਨਸਾਫ ਦੇ ਨਜ਼ਰੀਏ ਤੋਂ ਬਿਲਕੁਲ ਗਲਤ ਹੈ। ਇਵੇਂ ਹੀ ਜਿਹੜਾ ਹੋਰ ਉਸ ਕੇਸ ਦੇ ਵਿੱਚ ਬੜੇ ਨਿਵੇਕਲੇ ਤੱਥ ਸਾਹਮਣੇ ਆਏ ਸੀ ਬਈ ਜਿਹੜਾ ਸ਼ੇਰਾ ਤੇ ਦੂਜਾ ਉਹ ਸਿੰਘ ਸੀ ਨਾਲ ਉਹਦੇ ਮੁੰਡਾ ਫੜਿਆ ਗਿਆ, ਉਹ ਰਮਨਦੀਪ ਸ਼ਾਇਦ ਉਹਦਾ ਨਾਂ ਗੋਲਡੀ ਸੀ, ਬੱਗੇ ਹੋਣੀ, ਸ਼ੇਰੇ ਹੋਣੀ, ਇਹਨਾਂ ਦੇ ਜਦੋਂ ਖੁੱਲਿਆ ਬਾਅਦ ਚ ਵੀ ਉਹ ਤਾਂ ਇੱਕ ਇਸ ਤਰ੍ਹਾਂ ਦੇ ਖਿਆਲਾਂ ਬੜੇ ਇਸ ਤਰ੍ਹਾਂ ਦੇ ਸੀ, ਉਹ ਕਰਦੇ ਸੀ। ਹੁਣ ਉਹ ਸਾਰੀ ਦੀ ਸਾਰੀ ਜਿਹੜੀ ਟੀਮ ਜੱਗੀ ਜੌਹਲ ਵਾਲੇ ਮਾਮਲੇ ਵਿੱਚ ਉੱਭਰੀ ਆ, ਉਹ ਸਾਰੀ ਟੀਮ ਬਾਰੇ ਹੈਰਾਨੀ ਸੀ ਕਿ ਨਾ ਤਾਂ ਇਹ ਕਿਸੇ ਦਮਦਮੀ ਟਕਸਾਲ ਦੇ ਸਿੰਘ ਨੇ, ਨਾ ਕਿਸੇ ਅਖੰਡ ਕੀਰਤਨੀ ਜਥਾ ਦੇ ਸਿੰਘ ਨੇ, ਕਿਉਂਕਿ ਆਮ ਤੌਰ ਤੇ ਇਹੀ ਕਿਹਾ ਜਾਂਦਾ ਰਿਹਾ ਵੀ ਟਕਸਾਲ ਵਾਲੇ ਜੀ ਖਾੜਕੂ ਬਣਾਉਂਦੇ ਆ, ਕਿਉਂਕਿ ਉੱਥੇ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਸੀ। ਲਓ ਜੀ ਅਖੰਡ ਕੀਰਤਨੀ ਜਥਾ ਇਹ ਚ ਭਾਈ ਫੌਜਾ ਸਿੰਘ ਤੋਂ ਭਾਈ ਸੁਖਦੇਵ ਸਿੰਘ ਬੱਬਰ ਤੇ ਹੋਰ ਇਸ ਤਰ੍ਹਾਂ ਦੀ ਗੱਲਾਂ। ਪਰ ਇਹ ਜਿਹੜੇ ਸਿੰਘ ਸੀ ਇਹ ਤਾਂ ਕਿਸੇ ਇਹੋ ਜਿਹੀ ਜਥੇਬੰਦੀ ਨਾਲ ਸੰਬੰਧਿਤ ਨਹੀਂ ਸੀ, ਨਾ ਹੀ ਇੱਥੇ ਕਿ ਹੁਣ ਭਿੰਡਰਾਂ ਵਾਲੇ ਸੰਤ ਬੈਠੇ ਆ ਜਿਹੜੇ ਇਹਨਾਂ ਨੂੰ ਪ੍ਰੇਰਣਾ ਦੇ ਰਹੇ ਸੀ, ਨਾ ਕਿਸੇ ਖਾੜਕੂ ਜਥੇਬੰਦੀ ਨੇ ਇਹਨਾਂ ਨੂੰ ਕਿਹਾ ਵੀ ਚੱਕ ਦਿਓ ਫੱਟੇ ਅਸੀਂ ਤੁਹਾਡੇ ਨਾਲ ਆ। ਅਕਸਰ ਕਿਹੜੇ ਉਹ ਕਾਰਨ ਨੇ ਜਿਹਦੇ ਕਰਕੇ ਇਹ ਮੁੰਡੇ ਜਿਹੜੀਆਂ ਵਾਰਦਾਤਾਂ ਦੇ ਇਲਜ਼ਾਮ ਪੁਲਿਸ ਨੇ ਇਹਨਾਂ ਤੇ ਲਾਏ ਨੇ, ਜੇਕਰ ਉਹ ਇਲਜ਼ਾਮ ਸੱਚੇ ਨੇ ਤਾਂ ਫਿਰ ਇਹ ਗੱਲ ਸੋਚਣੀ ਬਣਦੀ ਆ ਕਿ ਅੱਜ ਦੀ ਸਿੱਖ ਜਵਾਨੀ ਜਿਹੜੀ ਆ ਕਿਉਂ ਇਹਨਾਂ ਕੰਡਿਆਲਿਆਂ ਰਾਹਾਂ ਤੇ ਤੁਰਨ ਨੂੰ ਤਿਆਰ ਹੋ ਜਾਂਦੀ ਹੈ। ਨੰਬਰ 2, ਕੀ ਉਹਨਾਂ ਕਾਰਨਾਂ ਨੂੰ ਦੂਰ ਕਰਨ ਦਾ ਜ਼ਿੰਮਾ ਕਿਸੇ ਦਾ ਹੈ ਕਿ ਨਹੀਂ? ਸਭ ਤੋਂ ਵੱਧ ਜ਼ਿੰਮੇਵਾਰੀ ਭਾਰਤੀ ਹਕੂਮਤੀ ਸਿਸਟਮ ਦੀ ਆ, ਪਰ ਭਾਰਤੀ ਹਕੂਮਤੀ ਸਿਸਟਮ ਤਾਂ ਉਲਟਾ ਇਹ ਚਾਹੁੰਦਾ ਲੱਗਦਾ ਕਿ ਸਿੱਖ ਜਿਹੜੇ ਆ ਉਹ ਹਥਿਆਰ ਚੱਕਣ ਤੇ ਅਸੀਂ ਇਹਨਾਂ ਦੀ ਨਸਲਕੁਸ਼ੀ ਕਰੀਏ। ਜੇਕਰ ਇਸ ਗੱਲ ਨੂੰ ਸੱਚ ਮੰਨ ਲਿਆ ਜਾਵੇ ਤਾਂ ਕੀ ਸਾਡੀ ਕੌਮ ਦੇ ਦਾਨਸ਼ਵਰ ਤੇ ਸਿਆਣੇ ਸੂਝਵਾਨ ਲੋਕਾਂ ਦਾ ਇਹ ਜ਼ਿੰਮਾ ਨਹੀਂ ਬਣਦਾ ਕਿ ਸਾਡੀ ਕੌਮ ਦੀ ਜਿਹੜੀ ਇਹ ਅੱਲੜ ਉਮਰ ਦੇ ਬੱਚੇ ਸਾਡੇ ਜੇਲ੍ਹਾਂ 'ਚ ਰੁਲਦੇ ਨੇ, ਥਾਣਿਆਂ ਦੇ ਵਿੱਚ ਤਸੀਹੇ ਝੱਲਦੇ ਨੇ, ਇਹਨਾਂ ਦਾ ਕੋਈ ਮਾਰਗਦਰਸ਼ਨ ਕਰੀਏ? ਪਰ ਅਸੀਂ ਸਾਰੇ ਦੇ ਸਾਰੇ ਇਸ ਬੱਚਿਆਂ ਦੀ ਤਬਾਹੀ ਨੂੰ, ਅਸੀਂ ਇਸ ਸਾਰਾ ਕੁਝ ਨੂੰ ਦੇਖ ਕੇ ਅੱਖਾਂ ਮੀਟ ਰਹੇ ਹਾਂ। ਮੈਂ ਇਸ ਗੱਲ ਦੇ ਉੱਤੇ ਬੜੀ ਚਿੰਤਾ ਦੇ ਨਾਲ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਅੱਜ ਇਹ ਬੱਚੇ ਇਸ ਰਾਹ ਤੇ ਤੁਰ ਰਹੇ ਨੇ, ਜਦੋਂ ਉਹ ਇਹ ਸਾਰਾ ਕੁਝ ਕਰ ਰਹੇ ਹੁੰਦੇ ਨੇ, ਕੋਈ ਵੀ ਉਹਨਾਂ ਨੂੰ ਕੋਈ ਗਾਈਡ ਨਹੀਂ ਕਰ ਰਿਹਾ ਹੁੰਦਾ, ਕੋਈ ਉਹਨਾਂ ਨੂੰ ਸਮਝਾ ਜਾਂ ਉਹਨਾਂ ਨੂੰ ਸਹੀ ਗਲਤ ਦਾ ਕੁਝ ਨਹੀਂ ਉਹਨਾਂ ਨੂੰ ਦੱਸ ਰਿਹਾ ਹੁੰਦਾ ਕਿ ਤੂੰ, ਉਹਨੂੰ ਪਤਾ ਹੀ ਨਹੀਂ ਹੈਗਾ ਕਿ ਮੈਂ ਜਿਸ ਬੰਦੇ ਨਾਲ ਸੋਸ਼ਲ ਮੀਡੀਆ ਤੇ ਇਨ ਟੱਚ ਵਾਂ ਵੀ ਉਹ ਕੋਈ ਸਰਕਾਰੀ ਖੇਡ ਆ ਜਾਂ ਉਹ ਵਾਕਿਆ ਹੀ ਕੋਈ ਇਹੋ ਜਿਹੀ ਖੇਡ ਹੈ ਵੀ ਆ ਕਿ ਨਹੀਂ। ਤਾਂ ਉਹ ਆਪਦੀ ਮੌਜ ਦੇ ਵਿੱਚ ਹੀ ਅੱਗੇ ਵਧਿਆ ਜਾਂਦਾ ਤੇ ਫਿਰ ਜਦੋਂ ਚਲੋ ਮੰਨ ਲਓ ਵੀ ਉਹ ਸਹੀ ਰਾਹ ਤੇ ਹੀ ਚੱਲ ਰਿਹਾ ਹੋਵੇ, ਜਦੋਂ ਉਹਦੀ ਗ੍ਰਿਫਤਾਰੀ ਹੋ ਜਾਂਦੀ ਆ ਤਾਂ ਉਹਦੇ ਘਰ ਦੇ ਤੇ ਆਲੇ ਦੁਆਲੇ ਦੇ ਨਾਲ ਖੜਨ ਨੂੰ ਕੋਈ ਵੀ ਸਿੱਖ ਤਿਆਰ ਨਹੀਂ ਹੁੰਦਾ। ਉਹ ਟਾਈਮ ਵੀ ਸੀ ਜਦੋਂ ਕਿਸੇ ਸਿੱਖ ਬੱਚੇ ਨੂੰ ਜਾਂ ਕਿਸੇ ਮੁੰਡੇ ਨੂੰ ਪੁਲਿਸ ਫੜ ਲੈਂਦੀ ਸੀ ਪੁਰਾਣੇ ਵੇਲਿਆਂ ਦੇ ਵਿੱਚ, ਖਾੜਕੂ ਲਹਿਰ ਦੇ ਵੇਲਿਆਂ 'ਚ, ਤਾਂ ਪੂਰੇ ਇਲਾਕੇ ਦੀ ਸੰਗਤ ਜਾ ਕੇ ਥਾਣੇ ਦਾ DSP ਦਫ਼ਤਰ ਦਾ ਘਿਰਾਓ ਕਰ ਲੈਂਦੀ ਸੀ। ਅਸੀਂ ਉਹ ਦੌਰ ਦੇਖੇ ਨੇ ਜਦੋਂ ਪਿੰਡਾਂ ਦੇ ਪਿੰਡ ਟਰਾਲੀਆਂ ਟਰੈਕਟਰ ਲੈ ਕੇ ਥਾਣਿਆਂ ਨੂੰ ਘੇਰੀ ਬੈਠੇ ਹੁੰਦੇ ਸੀਗੇ, ਸੀਏ ਸਟਾਫਾਂ ਦੇ ਬਾਹਰ ਪਿੰਡਾਂ ਪੰਚਾਇਤਾਂ ਨੇ ਟਰੈਕਟਰ ਟਰਾਲੀਆਂ ਲਾਈਆਂ ਹੁੰਦੀਆਂ ਸੀ ਵੀ ਆਓ ਜੀ ਸਾਡਾ ਬੱਚਾ ਛੱਡੋ, ਤੁਸੀਂ ਕਿਉਂ ਫੜਿਆ। ਅੱਜ ਜਦੋਂ ਇਹ ਸਿੱਖ ਨੌਜਵਾਨ ਗ੍ਰਿਫਤਾਰ ਹੁੰਦੇ ਆ ਕੋਈ ਇਹਨਾਂ ਦੇ ਮਗਰ ਨਹੀਂ ਆਉਂਦਾ, ਪਰ ਇਹ ਬੰਦੇ ਜਦੋਂ ਤਰੀਕ ਤੇ ਲਿਆਂਦੇ ਜਾਂਦੇ ਨੇ ਇਹਨਾਂ ਨੂੰ ਇੰਨਾ ਜ਼ਿਆਦਾ ਆਪਦੇ ਆਪ 'ਚ ਉਸ ਗੱਲ ਦਾ ਮਾਣ ਹੁੰਦਾ ਕਿ ਅਸੀਂ ਕੁਝ ਕਰਨ ਲੱਗੇ ਸੀ ਜਾਂ ਅਸੀਂ ਕੀਤਾ। ਇਹ ਹੱਸਦੇ ਖੇਡਦੇ ਸਟੇਜਾਂ ਤੇ ਜਦੋਂ ਪੌੜੀਆਂ ਉਤਰਦੇ ਆ, ਉਹਦੀਆਂ ਫੋਟੋਆਂ ਛਪਦੀਆਂ ਕਚਹਿਰੀਆਂ ਦੇ ਵਿੱਚ ਜਾਂ ਕਿਤੇ ਜਾਂਦਿਆਂ ਦੀਆਂ, ਇਹਨਾਂ ਦੇ ਕੋਈ ਚਿਹਰੇ ਤੇ ਮਲਾਲ ਨਹੀਂ ਹੁੰਦਾ ਕਿ ਉਹ ਸਮਝਦੇ ਆ ਕਿ ਅਸੀਂ ਕੌਮ ਦੀ ਸੇਵਾ ਕਰ ਰਹੇ ਹਾਂ। ਫਿਰ ਉਹ ਬੱਚੇ ਜਿਹੜੇ ਨੇ ਜਦੋਂ ਉਹਨਾਂ ਨੂੰ ਥਾਣਿਆਂ ਦੇ ਵਿੱਚ, ਸੀਏ ਸਟਾਫਾਂ ਦੇ ਵਿੱਚ, ਇੰਟੈਰੋਗੇਸ਼ਨਾਂ ਦੇ ਵਿੱਚ ਬਹੁਤ ਜ਼ਿਆਦਾ ਜਲੀਲ ਕੀਤਾ ਜਾਂਦਾ, ਤੰਗ ਪਰੇਸ਼ਾਨ ਕੀਤਾ ਜਾਂਦਾ, ਕੋਈ ਕਿਤੋਂ ਉਹਨਾਂ ਨੂੰ ਜਿਹੜੀ ਹੈਗੀ ਆ ਉਹ ਹਮਾਇਤ ਜਾਂ ਸਪੋਰਟ ਮਿਲਣ ਦੇ ਕੋਈ ਅਸਾਰ ਨਹੀਂ ਹੁੰਦੇ। ਕੁਛ ਕੁ ਸਾਡੀ ਕੌਮ ਦੇ ਵਿੱਚ ਵਕੀਲ ਸਾਹਿਬਾਨ ਜ਼ਰੂਰ ਇਹੋ ਜਿਹੇ ਸਰਗਰਮ ਹੋ ਗਏ ਆ ਜਿਹੜੇ ਇਸ ਤਰ੍ਹਾਂ ਦੇ ਕੇਸਾਂ ਦੇ ਮੌਕੇ ਪੂਰੀ ਜ਼ਿੰਮੇਵਾਰੀ ਦੇ ਨਾਲ ਭੱਜ ਦੌੜ ਕਰਦੇ ਆ, ਪਰ ਸਿਸਟਮ ਜਿਹੜਾ ਹੈ ਉਹ ਹਮੇਸ਼ਾ ਹੀ ਸਟੇਟ ਦਾ ਸਾਥ ਦੇ ਰਿਹਾ ਹੁੰਦਾ। ਜਿੰਨੇ ਦਿਨ ਦਾ ਰਿਮਾਂਡ ਉਹ ਮੰਗਦੇ ਆ, ਜੱਜ ਸਾਹਿਬ ਪੂਰੇ ਤਿਆਰ ਖੜੇ ਹੁੰਦੇ ਆ, ਕਹਿੰਦੇ ਜੀ ਚੱਕਰ ਹੀ ਕੋਈ ਨਹੀਂ, ਜੇ ਤੁਸੀਂ 2 ਦਿਨ ਕਹਿੰਦੇ ਹੋ ਆਪਾਂ 4 ਦਿਨ ਦੇਣ ਨੂੰ ਤਿਆਰ ਆ। ਤੋ ਜਿਹੜੇ ਇਹਨਾਂ
ਮੁੰਡਿਆਂ ਦੇ ਹੱਕ ਵਿੱਚ ਵਕੀਲ ਆਉਂਦੇ ਨੇ, ਇਹਨਾਂ ਜੁਝਾਰੂਆਂ ਦੇ ਹੱਕ 'ਚ ਵਕੀਲ ਆਉਂਦੇ ਨੇ, ਉਹਨਾਂ ਦੀ ਕੋਈ ਬਾਹਲੀ ਜ਼ਿਆਦਾ ਸੱਦ ਪੁੱਛ ਨਹੀਂ ਹੁੰਦੀ। ਹਾਂ, ਮੀਡੀਆ ਦੇ ਵਿੱਚ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ, ਮਿੰਟੋ ਮਿੰਟੀ ਉਹ ਗੱਲ ਜ਼ਰੂਰ ਚਾਰੇ ਪਾਸੇ ਖਿੰਡ ਜਾਂਦੀ ਆ। ਫਿਰ ਉਸ ਤੋਂ ਬਾਅਦ ਵਿੱਚ ਥਾਣਿਆਂ ਦੇ ਵਿੱਚ CS ਸਟਾਫਾਂ ਦੇ ਵਿੱਚ ਇੰਟੈਰੋਗੇਸ਼ਨਾਂ ਚੱਲਦੇ ਹੋਏ, ਜਲੀਲ ਹੁੰਦੇ ਹੋਏ, ਆਪਦੀ ਮਰਜ਼ੀ ਨਾਲ ਜਿੱਦਣ ਉਹਨਾਂ ਦੀ ਤਸੱਲੀ ਹੋ ਜਾਂਦੀ ਆ, ਫਿਰ ਉਹ ਪੁਲਿਸ ਜਿਹੜੀ ਆ ਉਹਨਾਂ ਦਾ ਜੁਡੀਸ਼ੀਅਲ ਕਰਵਾ ਦਿੰਦੀ ਆ। ਜੇਲ੍ਹ ਦੇ ਵਿੱਚ ਵੀ ਉਹਨਾਂ ਨਾਲ ਕੋਈ ਬਾਹਲਾ ਵਧੀਆ ਉੱਥੇ ਅੱਗੇ ਵਾਂਗੂ ਤਾਂ ਹੈ ਨਹੀਂ। ਨਾਭੇ ਜੇਲ੍ਹ ਦੇ ਵਿੱਚ ਤਾਂ ਚਲੋ ਖਾੜਕੂਆਂ ਦਾ ਇੱਕ ਹਾਤਾ ਹੀ ਵੱਖਰਾ ਬਣਾਇਆ ਹੈ, ਜਿੱਥੇ ਹਰ ਸੁੱਖ ਸਹੂਲਤ ਉਹਨਾਂ ਨੂੰ ਮਿਲਦੀ ਆ, ਪਰ ਬਾਕੀ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਆਮ ਕੈਦੀਆਂ ਦੇ ਨਾਲ ਰਹਿਣਾ ਪੈਂਦਾ। ਆਮ ਕੈਦੀਆਂ ਦੇ ਨਾਲ ਰਹਿੰਦਿਆਂ ਵਕਤ ਉਹਨਾਂ ਨੂੰ ਉਹੋ ਜਿਹਾ ਮਾਹੌਲ, ਉਹੋ ਜਿਹਾ ਵਰਤਾਰਾ ਫਨੋਮਨਾ ਨਹੀਂ ਮਿਲਦਾ, ਜਿਹਦੇ ਵਿੱਚ ਉਹ ਕਈ ਵਾਰ ਕਿਸੇ ਖਾਸ ਤਰ੍ਹਾਂ ਦੇ ਪ੍ਰਤੀਕਰਮ ਦੇ ਵਿੱਚ ਵੀ ਆ ਜਾਂਦੇ ਆ, ਤੇ ਉੱਥੇ ਉਹਨਾਂ ਨੂੰ ਕਈ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ। ਪ੍ਰਸ਼ਾਸਨ ਵੀ ਉਹਨਾਂ ਦੇ ਖਿਲਾਫ ਹੁੰਦਾ। ਫਿਰ ਉਹਨਾਂ ਨੂੰ ਹੋਰ ਤੋੜਨ ਦੇ ਲਈ ਉੱਥੇ ਉਹ ਬਹੁਤ ਜ਼ਿਆਦਾ ਮਾੜਾ ਚੰਗਾ ਕੀਤਾ ਜਾਂਦਾ। ਤਾਂ ਸਮਾਂ ਉਹ ਵੀ ਆ ਜਾਂਦਾ ਜਦੋਂ ਇੱਕ ਵੇਲਾ ਫਿਰ ਉਹ ਵੀ ਆਉਂਦਾ ਜਦੋਂ ਉਹ ਬੰਦਾ ਜਾਂ ਤਾਂ ਹੋਰ ਜ਼ਿਆਦਾ ਖਤਰਨਾਕ ਬਣ ਜਾਂਦਾ, ਵਾਇਲੈਂਟ ਹੋ ਜਾਂਦਾ, ਤੇ ਜਾਂ ਉਹ ਡਿਪਰੈਸ ਹੋਣਾ ਸ਼ੁਰੂ ਹੋ ਜਾਂਦਾ। ਇਹੋ ਜਿਹੇ ਵੇਲੇ ਨਾਲ ਦੀ ਨਾਲ NIA ਵਾਲੇ ਆ ਜਾਂਦੇ ਆ। NIA ਵਾਲੇ ਉਹ ਕੇਸ ਦੁਬਾਰਾ ਲੈ ਕੇ, ਦੁਬਾਰਾ ਰਿਮਾਂਡ ਲੈ ਕੇ ਉਹਨਾਂ ਸਾਰਿਆਂ ਦਾ ਫਿਰ ਘਾਣ ਕਰਦੇ ਆ, ਦੁਬਾਰਾ ਨਵੇਂ ਸਿਰਿਓਂ ਕੇਸ ਆਪਦੇ ਹੱਥ 'ਚ ਲੈ ਲੈਂਦੇ ਆ। ਪੂਰੀ ਤਰ੍ਹਾਂ ਉਸ ਸਿੱਖ ਬੱਚੇ ਨੂੰ ਸਟੇਟ ਦੇ ਰਹਿਮੋ ਕਰਮ ਤੇ ਕੌਮ ਛੱਡੀ ਹੁੰਦੀ ਆ। ਘਰ ਦੇ ਵਿਚਾਰੇ ਗਰੀਬ ਜਿਹੜੇ ਨੇ, ਉਹ ਮਾਪੇ ਜਿਹੜੇ ਨੇ, ਉਹ ਜਥੇਬੰਦੀਆਂ ਵੱਲ ਨੂੰ ਦੇਖਦੇ ਆ। ਜਥੇਬੰਦੀ ਦਾ ਜਾਂ ਆਗੂ ਦਾ ਕਿਸੇ ਦਾ ਵੀ ਉਹਨਾਂ ਨੂੰ ਸਾਥ ਸਹਿਯੋਗ ਨਹੀਂ ਮਿਲਦਾ, ਤੇ ਉਹਨਾਂ ਦੀ ਖਬਰ ਜਿਹੜੀ ਆ ਉਹ ਤਾਂ ਬੜੀ ਸਨਸਨੀ ਖੇਜ ਤਰੀਕੇ ਨਾਲ ਲੱਗਦੀ ਆ। ਤੇ ਉਹਨਾਂ ਨੂੰ ਅਖਬਾਰ ਤੇ ਖਬਰ ਦੇਖ ਕੇ ਆਪਦੇ ਆਪ ਨੂੰ ਵੀ ਜੇਲ੍ਹ 'ਚ ਬੈਠਿਆਂ ਨੂੰ ਜਾਂ ਤਰੀਕ ਤੇ ਆਇਆ ਨੂੰ ਜਦੋਂ ਕੋਈ ਦਿਖਾਉਂਦਾ ਅਖਬਾਰ, ਉਹਨਾਂ ਨੂੰ ਸਵਾਦ ਜਿਹਾ ਆਉਂਦਾ ਕਿ ਲਓ ਜੀ ਸਾਡੀ ਬੜੀ ਚਰਚਾ ਹੋ ਰਹੀ ਆ। ਪਰ ਅਸਲ ਵਿੱਚ ਸਾਰਾ ਕੁਝ ਜਿਹੜਾ ਵਾਪਰ ਰਿਹਾ ਹੁੰਦਾ, ਇਹ ਸਾਡੀ ਕੌਮ ਦੀ ਇੱਕ ਬਹੁਤ ਹੀ ਵੱਡੀ ਟ੍ਰੈਜਡੀ, ਇੱਕ ਦੁਖਾਂਤ ਸਾਡੇ ਸਾਹਮਣੇ ਵਾਪਰ ਰਿਹਾ, ਜਿਹਦੇ ਤਹਿਤ ਸਾਡਾ ਬਹੁਤ ਵੱਡਾ ਕੀਮਤੀ ਖਜ਼ਾਨਾ ਜਿਹੜਾ ਸਾਡਾ ਸਰਮਾਇਆ ਵਾ, ਉਹ ਅਸੀਂ ਗਵਾ ਰਹੇ ਹਾਂ। ਇਹ ਜਿਹੜਾ ਸਾਰਾ ਭਾਣਾ ਵਾਪਰ ਰਿਹਾ ਵਾ, ਇਹਦੇ ਵਿੱਚ ਸਿੱਖ ਹੋਣ ਦੇ ਨਾਤੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਜਾ ਰਹੇ ਹਾਂ। ਕੀ ਸਾਡਾ ਸਾਰਿਆਂ ਦਾ ਕੋਈ ਫਰਜ਼ ਬਣਦਾ ਕਿ ਅਸੀਂ ਸਾਰੇ ਇਸ ਕਹਿਰ ਨੂੰ ਅਸੀਂ ਅੱਖਾਂ ਮੀਚ ਕੇ ਦੇਖਦੇ ਰਹੀਏ? ਹੁਣ ਤੱਕ ਜਿਹੜਾ 500 400 ਸਿੱਖ ਨੌਜਵਾਨ ਅੰਦਰ ਚਲੇ ਗਿਆ, ਜਦੋਂ ਤੱਕ ਉਹਨਾਂ ਨੇ ਬਾਹਰ ਨਿਕਲਣਾ ਉਦੋਂ ਤੱਕ ਪਤਾ ਨਹੀਂ ਕੀ ਭਾਣੇ ਵਾਪਰ ਚੁੱਕੇ ਹੋਣੇ। ਕਿਉਂਕਿ ਅਸੀਂ ਦੇਖਿਆ ਨਵਾਂ ਸ਼ਹਿਰ ਦੇ ਅਦਾਲਤ ਨੇ ਬਿਲਕੁਲ ਬੇਕਾਰ ਜੀਆਂ ਗੱਲਾਂ ਦੇ ਆਧਾਰ ਦੇ ਉੱਤੇ ਉਮਰ ਕੈਦ ਕਰਤੀ ਉੱਥੇ 3 ਸਿੰਘਾਂ ਨੂੰ। ਤੇ ਆਹ ਜਿਹੜੇ ਨਵੇਂ ਕੇਸ ਪਾਏ ਜਾ ਰਹੇ ਨੇ, ਇਹ 'ਚ NIA UAPA ਲੱਗਣ ਕਰਕੇ ਤੇ ਸਟੇਟ ਮਸ਼ੀਨਰੀ ਜਿਹੜੀ ਆ ਉਹ ਪੂਰਾ ਜ਼ੋਰ ਲਾ ਦਿੰਦੀ ਆ। ਇਧਰੋਂ ਉਹੋ ਜਿਹੀ ਹਮਾਇਤ ਮਿਲਦੀ ਨਹੀਂ, ਕਿਉਂਕਿ ਜਿਹੜੇ ਵਕੀਲ ਸਰਕਾਰੀ ਤੌਰ ਦੇ ਉੱਤੇ ਆਉਂਦੇ ਨੇ ਉਹਨਾਂ ਨੂੰ ਹਰ ਤਰ੍ਹਾਂ ਦੀ ਸੁੱਖ ਸਹੂਲਤ ਆ, ਉਹਨਾਂ ਦਾ ਪੱਖ ਵੀ ਉਹਨਾਂ ਨੂੰ ਭੁਗਤਾਉਣ ਲਈ ਪੂਰਾ ਖੁੱਲ੍ਹ ਦਿੱਤੀ ਜਾਂਦੀ ਆ। ਤੇ ਆਪਣੇ ਜਿਹੜੇ ਪੰਥਕ ਦਰਦ ਰੱਖਣ ਵਾਲੇ ਵਕੀਲ ਨੇ, ਉਹਨਾਂ ਕੋਲੇ ਸਾਧਨ ਵੀ ਥੋੜੇ ਨੇ, ਪਰ ਆਪਦਾ ਵਿਚਾਰੇ ਮਿਹਨਤ ਕਰਦੇ ਆ। ਕੋਈ ਜਸਪਾਲ ਸਿੰਘ ਮੰਝਪੁਰ ਜਾਂ ਸਿਮਰਨਜੋਤ ਸਿੰਘ ਆ ਇੱਕ, ਇਹ ਕੁਝ ਹੋਰ ਵਕੀਲ ਨੇ ਜਿਹੜੇ ਕਾਫੀ ਮਿਹਨਤ ਕਰਦੇ ਨੇ। ਪਰ ਇਹ ਮੰਨਣੀ ਪਊਗੀ ਗੱਲ ਕਿ ਸਿਸਟਮ ਦੇ ਨਾਲ ਟੱਕਰ ਲੈਣੀ ਬੜਾ ਵੱਡਾ ਤੇ ਇੱਕ ਸੰਕਟ ਭਰਿਆ ਜਿਹੜਾ ਦੌਰ ਹੁੰਦਾ, ਉਹਦੇ ਵਿੱਚ ਇਹ ਲੋਕ ਪੂਰੀ ਤਰ੍ਹਾਂ ਕਾਰਗਰ ਸਿੱਧ ਨਹੀਂ ਹੋ ਰਹੇ। ਤਾਂ ਇਸ ਮਾਹੌਲ ਦੇ ਵਿੱਚ ਸਿੱਖਾਂ ਦਾ ਕਾਨੂੰਨੀ ਤੌਰ ਤੇ ਘਾਣ ਹੋ ਰਿਹਾ, ਤੇ ਇਹ ਸਾਰਾ ਮਾਹੌਲ ਸਟੇਟ ਸਿਸਟਮ ਦਾ ਜਿਹੜਾ ਹੈ ਉਹ ਸਿੱਖੀ ਅਤੇ ਸਿੱਖਾਂ ਦੇ ਹਿੱਤਾਂ ਦੇ ਉਲਟ ਪੁਲਟ ਭੁਗਤ ਰਿਹਾ। ਪੂਰੇ ਦਾ ਪੂਰਾ ਸਿਸਟਮ ਸਿੱਖਾਂ ਨੂੰ ਇਹ ਗੱਲ ਮਨਾਉਣ ਤੇ ਤੁਲਿਆ ਹੋਇਆ ਵਾ ਕਿ ਨਾ ਤਾਂ ਤੁਸੀਂ ਹਥਿਆਰਾਂ ਨਾਲ ਕੁਝ ਕਰ ਸਕਦੇ ਹੋ, ਨਾ ਕੁਝ ਵਿਚਾਰਾਂ ਨਾਲ ਕਰ ਸਕਦੇ ਹੋ। ਲੋਕਤੰਤਰੀ ਡੈਮੋਕ੍ਰੇਸੀ ਤਰੀਕੇ ਦੇ ਸਾਰੇ ਰਾਹ ਬੰਦ ਕੀਤੇ ਜਾਂਦੇ ਆ, ਚਾਹੇ ਬਾਦਲਕਿਆਂ ਦਾ ਰਾਜ ਆ, ਚਾਹੇ ਕਾਂਗਰਸ ਦਾ ਰਾਜ ਆ। ਉਸ ਤੋਂ ਪਹਿਲਾਂ ਪਿਛਲੇ ਜਦੋਂ ਸਰਬੱਤ ਖਾਲਸਾ ਹੋਇਆ, ਚੱਬੇ ਵਿੱਚ ਜਥੇਦਾਰ ਥਾਪੇ ਗਏ, ਜਨਤਕ ਤੌਰ ਦੇ ਉੱਤੇ ਸਿੱਖਾਂ ਨੇ ਸਰਗਰਮੀ ਕਰਨੀ ਚਾਹੀ ਕਿ ਅਸੀਂ ਬੇਅਦਬੀ ਦੇ ਦੋਸ਼ੀਆਂ ਲਈ ਤੇ ਹੋਰ ਮਸਲਿਆਂ ਲਈ ਜਨਤਕ ਤੌਰ ਤੇ ਸਰਗਰਮੀ ਕਰਨੀ। ਕਿਹੜੇ ਸਿੱਖ ਨੇ ਕਿਹਾ ਕਿ ਅਸੀਂ ਹਥਿਆਰ ਚੱਕਣੇ ਆ? ਉਹ ਤਾਂ ਪੀਪਲਸ ਵਾਰ ਸੀ, ਲੋਕਾਂ ਦੀ ਡੈਮੋਕ੍ਰੈਟਿਕ ਮੂਵਮੈਂਟ ਸੀਗੀ, ਉਹਦੇ ਵਿੱਚ ਤਾਂ ਕੋਈ ਗਨ ਨਹੀਂ ਸੀ। ਪਰ ਉਹਨਾਂ ਲੋਕਾਂ ਨੂੰ ਧੱਕ ਕੇ ਖੂੰਜੇ ਲਾਉਣ ਦੇ ਲਈ ਜੋ ਕੁਝ ਉਦੋਂ ਬਾਦਲਕਿਆਂ ਨੇ ਕੀਤਾ, ਥੋੜਾ ਜਿਹਾ ਬਦਲਵੇਂ ਰੂਪ ਦੇ ਵਿੱਚ ਹੁਣ ਉਹੀ ਕੰਮ ਇਹਨਾਂ ਨੇ ਸ਼ੁਰੂ ਕਰ ਲਿਆ ਵਾ। ਬਰਗਾੜੀ ਮੋਰਚੇ ਵਰਗੀ ਡੈਮੋਕ੍ਰੈਟਿਕ ਪੀਸਫੁਲ ਮੂਵਮੈਂਟ ਜਿਹੜੀ ਆ ਉਹ ਹੋਰ ਕਿੱਥੋਂ ਲਿਆਵਾਂਗੇ? ਉੱਥੇ ਜਥੇਦਾਰ ਧਿਆਨ ਸਿੰਘ ਮੰਡ ਬਾਰ-ਬਾਰ ਇਹ ਗੱਲ ਕਹਿੰਦਾ ਰਿਹਾ ਕਿ ਅਸੀਂ ਕੋਈ ਕਿਸੇ ਕਿਸਮ ਦੀ ਵਾਇਲੈਂਸ ਜਾਂ ਕੋਈ ਹਿੰਸਾ ਬਿਲਕੁਲ ਨਹੀਂ ਹੋਣ ਦੇਣੀ, ਔਰ ਉਸ ਸ਼ਖਸ ਨੇ
ਕੌਮ ਦੇ ਕੋਲੋਂ ਇਸ ਗੱਲ ਲਈ ਉਹਦੀ ਬੜੀ ਆਲੋਚਨਾ ਵੀ ਉਹਨੂੰ ਝੱਲਣੀ ਪਈ ਕਿ ਤੂੰ ਇਹਨਾਂ, ਪਰ ਦੂਜੇ ਪਾਸੇ ਉਹਨਾਂ ਦਿਨਾਂ ਦੇ ਵਿੱਚ ਕਿਉਂਕਿ ਫਸਦੇ ਸੀ ਬਾਦਲ ਕੇ, ਇਹਨਾਂ ਨੇ ਪੂਰੀ ਹਾਲ ਦਹਾਈ ਪਾਈ ਪਈ ਸੀ ਵੀ ਹਿੰਦੂ ਸਿੱਖ ਏਕਤਾ ਟੁੱਟਣ ਜਾ ਰਹੀ ਆ ਜੀ। ਤੋ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਹਿੰਦੂ ਭਾਈਚਾਰੇ ਵਿੱਚੋਂ ਵੀ ਕੁਝ ਸੱਜਣਾ ਨੇ ਬੜਾ ਜ਼ਿੰਮੇਵਾਰੀ ਵਾਲਾ ਰੋਲ ਨਿਭਾਇਆ। ਪੰਜਾਬ ਨੂੰ ਇੱਕ ਵਾਰੀ ਫੇਰ ਬਲਦੀ ਦੇ ਬੂਥੇ ਧੱਕਣ ਦੇ ਲਈ ਇਹ ਸਾਰਾ ਸਿਸਟਮ ਜਿਹੜਾ ਸੀਗਾ ਉਹ ਬਹੁਤ ਗਲਤ ਚੱਲ ਰਿਹਾ। ਜਿਹੜੀਆਂ ਧਿਰਾਂ ਧੜੇ ਤੇ ਸ਼ਖਸੀਅਤਾਂ ਜਾਂ ਜਿਹੜੇ ਗਰੁੱਪ ਪੰਜਾਬ ਦੇ ਲੋਕਾਂ ਦਾ ਘਾਣ ਕਰਵਾਉਣ ਵਾਲਾ ਮਾਹੌਲ ਸਿਰਜਣ ਦੇ ਲਈ, ਜਿੱਥੇ ਮਨੁੱਖਤਾ ਦਾ ਕਤਲੇਆਮ ਹੋਣਾ, ਨਸਲਕੁਸ਼ੀ ਹੋਣੀ ਆ, ਉਹ ਸਿਰਜਣ ਦੇ ਲਈ ਯਤਨਸ਼ੀਲ ਨੇ, ਉਹਨਾਂ ਸਾਰਿਆਂ ਨੂੰ ਇਸ ਮੌਕੇ ਬੇਹੱਦ ਚੇਤੰਨ ਹੋਣ ਦੀ ਲੋੜ ਆ ਕਿ ਤੁਹਾਡੇ ਚੱਕੇ ਹੋਏ ਕਦਮਾਂ ਕਰਕੇ ਪਤਾ ਨਹੀਂ ਕਿੰਨੀਆਂ ਬੇਦੋਸ਼ੀਆਂ ਜਾਨਾਂ ਜਾਣੀਆਂ ਨੇ। ਤੋ ਜਿਹੜਾ ਡੈਮੋਕ੍ਰੇਸੀ ਵਾਲਾ ਰਾਹ ਵਾ ਉਹ ਤੁਸੀਂ ਬੰਦ ਕਰ ਰਹੇ ਆ। ਹਥਿਆਰਾਂ ਵਾਲੇ ਪਾਸੇ ਜਿਹੜਾ ਹੈਗਾ ਸੀ ਉਹ ਪਹਿਲਾਂ ਅਸੀਂ ਚਰਚਾ ਕਰ ਲਈ ਆ ਕਿ ਉੱਥੇ ਕੀ ਮਿਲਦਾ ਤੇ ਕੀ ਨਹੀਂ ਮਿਲਦਾ, ਤੇ ਅਸੀਂ ਹੁਣ ਜਾਈਏ ਤਾਂ ਜਾਈਏ ਕਿੱਧਰ। ਕੌਮ ਨੂੰ ਦੱਸਿਆ ਜਾ ਰਿਹਾ ਕਿ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਆ ਰਿਹਾ, ਤੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ ਜੀ ਜੇਲ੍ਹਾਂ 'ਚ ਨਜ਼ਰਬੰਦਾਂ ਦੀਆਂ ਰਿਹਾਈਆਂ ਹੋ ਰਹੀਆਂ। ਕਿਹੜਿਆਂ ਦੀਆਂ? ਜਿਹੜੇ ਬੁੱਚੜ ਪੁਲਸੀਆਂ ਨੇ ਬੇਦੋਸ਼ੇ ਸਿੱਖਾਂ ਦਾ ਘਾਣ ਕੀਤਾ। ਉਹਨਾਂ ਪੁਲਸੀਆਂ ਨੂੰ ਜਿਨ੍ਹਾਂ ਦੀ ਭਰਤੀ ਹੁਣ ਬਾਅਦ ਵਿੱਚ ਹੋਈ ਆ, ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇੱਕ ਤਰੀਕੇ ਨਾਲ ਮੱਤ ਦਿੱਤੀ ਜਾ ਰਹੀ ਆ ਕਿ ਦੇਖ ਲਓ ਜਿਹੜੇ ਤੁਹਾਤੋਂ ਪਹਿਲਾਂ ਸੀ ਜਿਨ੍ਹਾਂ ਨੇ ਇੰਨਾ ਸਿੱਖਾਂ ਦਾ ਘਾਣ ਕੀਤਾ ਸੀ, ਸਾਰੇ ਛੱਡ ਰਹੇ ਆ ਨਾ, ਤੁਸੀਂ ਵੀ ਬੇਕਿਰਕ ਹੋ ਕੇ ਸਿੱਖਾਂ ਦੇ ਉੱਤੇ ਜੋ ਤੁਸੀਂ ਕਰਨਾ ਚਾਹੁੰਦੇ ਹੋ ਕਰੋ, ਤੁਹਾਨੂੰ ਕੋਈ ਪਰਵਾਹ ਕਰਨ ਦੀ ਲੋੜ ਨਹੀਂ, ਅਸੀਂ ਬੈਠੇ ਆ। ਜੇਕਰ ਕਿਸੇ ਕਿਸਮ ਦਾ ਕੋਈ ਪਹਿਲੀ ਗੱਲ ਤਾਂ ਤੁਹਾਡੇ ਤੇ ਮੁਕੱਦਮਾ ਬਣਦਾ ਨਹੀਂ, ਜੇ ਬਣ ਵੀ ਗਿਆ ਤਾਂ ਅਸੀਂ ਉਹਨਾਂ ਨੂੰ ਗਵਾਹੀਆਂ ਨੂੰ ਭੁਗਤਣ ਨਹੀਂ ਦਿੰਦੇ, ਤੁਹਾਡੇ ਖਿਲਾਫ ਗਵਾਹਾਂ ਨੂੰ ਕੁਛ ਕਰ ਨਹੀਂ ਦਿੰਦੇ। ਜੇ ਹੋ ਹੀ ਗਿਆ ਤਾਂ ਵੀ ਅਸੀਂ ਆ ਦੇਖੋ ਕਿਸੇ ਨੂੰ 2 ਮਹੀਨੇ, ਕਿਸੇ ਨੂੰ 6 ਮਹੀਨੇ, ਚਾਹੇ ਉਮਰ ਕੈਦ ਲਿਖ ਦੇਵੇ ਜੱਜ, ਅਸੀਂ ਤੁਹਾਨੂੰ ਛਡਾਵਾਂਗੇ। ਇਹ ਮੱਤ ਦੇਣ ਵਾਲਾ ਸਿਸਟਮ ਆ ਜਿਹੜਾ ਪੁਲਸੀਆਂ ਨੂੰ, ਇਹ ਕਿੱਧਰੋਂ ਮਨੁੱਖਤਾ ਦਾ ਹਮੈਤੀ ਹੋ ਗਿਆ। ਦੂਜੇ ਪਾਸੇ ਇਹੀ ਮੱਤ ਬੇਅਦਬੀ ਕਰਨ ਵਾਲਿਆਂ ਨੂੰ ਦਿੱਤੀ ਜਾ ਰਹੀ ਆ। ਮਹਿੰਦਰਪਾਲ ਬਿੱਟੂ ਦਾ ਕਤਲ ਹੋਇਆ ਤੇ ਨਾਲ ਦੀ ਨਾਲ ਉਹ ਸਾਰੇ ਬੁੱਚੜ ਜਿਹੜੇ ਸੀਗੇ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਸੀ, ਉਹ ਸਾਰੇ ਦੇ ਸਾਰੇ ਗੇਟ ਤੋਂ ਬਾਹਰ ਕੱਢ ਕੇ ਘਰੇ ਉੱਪੜਦੇ ਕਰਤੇ, ਜਦੋਂ ਕਿ ਕਰੋੜਾਂ ਰੁਪਏ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਆਏ ਹੋਏ ਨੇ ਤੇ ਉਹਨਾਂ ਲੋਕਾਂ ਨੇ ਸ਼ਰੇਆਮ ਬੇਅਦਬੀਆਂ ਕੀਤੀਆਂ ਨੇ ਤੇ ਉਹਨਾਂ ਨੇ ਲਿਖ ਕੇ ਦਿੱਤਾ ਹੋਇਆ, ਮੰਨੇ ਹੋਏ ਨੇ ਕਿ ਅਸੀਂ ਬੇਅਦਬੀਆਂ ਕੀਤੀਆਂ ਨੇ। ਡੇਰਾ ਸਰਸਾ ਦੇ ਪੂਰੇ ਸਮਰਥਕ ਜਿਨ੍ਹਾਂ ਨੇ ਪਿਛਲੇ ਸਮਿਆਂ ਦੇ ਵਿੱਚ ਘਿਨਾਉਣੇ, ਘਟੀਆ ਤੇ ਨੀਚ ਕੰਮ ਕੀਤੇ ਨੇ, ਉਹਨਾਂ ਵਿੱਚੋਂ ਕੁਝ ਕੁ ਗਿਣਤੀ ਦੇ ਬੰਦਿਆਂ ਨੂੰ ਫੜਨ ਤੋਂ ਬਾਅਦ ਭਾਰਤੀ ਹਕੂਮਤੀ ਸਿਸਟਮ ਬਾਕੀ ਸਾਰੇ ਬੁੱਚੜਾਂ ਨੂੰ ਬਚਾਉਣ ਤੇ ਤੁਲਿਆ ਹੋਇਆ। ਚਾਹੇ ਬੇਅਦਬੀ ਦੇ ਦੋਸ਼ੀ ਨੇ, ਚਾਹੇ ਉਹ ਬੇਦੋਸ਼ੇ ਸਿੱਖਾਂ ਦੇ ਕਾਤਲ ਨੇ, ਉਹਨਾਂ ਸਾਰਿਆਂ ਦੇ ਹੱਕ ਵਿੱਚ ਭਾਰਤੀ ਹਕੂਮਤੀ ਮਸ਼ੀਨਰੀ ਪੂਰੀ ਤਰ੍ਹਾਂ ਡਟ ਕੇ ਇਸ ਵੇਲੇ ਖੜੀ ਆ ਤੇ ਕੋਈ ਵੀ ਵੇ ਆਊਟ, ਕੋਈ ਵੀ ਰਾਹ ਜਿਹੜਾ ਹੈ ਉਹ ਇਨਸਾਫ ਦਾ ਸਿੱਖਾਂ ਨੂੰ ਦਿਖ ਨਹੀਂ ਰਿਹਾ। ਤੇ ਇਹੋ ਜਿਹੇ ਮੌਕੇ ਸਿੱਖਾਂ ਨੂੰ ਕਿਹਾ ਜਾ ਰਿਹਾ ਕਿ ਗੁਰੂ ਨਾਨਕ ਪ੍ਰਕਾਸ਼ ਪੁਰਬ ਦੀ ਸ਼ਤਾਬਦੀ ਦੀ ਲੱਖ ਲੱਖ ਵਧਾਈ ਹੋਵੇ। ਜਿਸ ਮੌਕੇ ਗੁਰੂ ਨਾਨਕ ਪਾਤਸ਼ਾਹ ਦੇ ਬਾਣੀ ਵਾਲੇ ਸਰੂਪ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਬੇਅਦਬੀਆਂ ਹੋ ਰਹੀਆਂ ਨੇ, ਜਿਸ ਮੌਕੇ ਗੁਰੂ ਨਾਨਕ ਨਾਮ ਲੇਵਾ ਗੁਰਸਿੱਖਾਂ ਨੂੰ, ਬੇਦੋਸ਼ਿਆਂ ਨੂੰ, ਕਤਲ ਕਰਨ ਵਾਲੇ ਪੁਲਸੀਆਂ ਨੂੰ, ਉਹਨਾਂ ਨੂੰ ਹੀਰੋ ਬਣਾ ਕੇ ਜਿਹਨਾਂ ਚੋਂ ਕੱਢਿਆ ਜਾ ਰਿਹਾ ਹੋਵੇ, ਉਸ ਮੌਕੇ ਸਿੱਖਾਂ ਨੂੰ ਕਿਹਾ ਜਾ ਰਿਹਾ ਤੁਹਾਨੂੰ ਲੱਖ ਲੱਖ ਵਧਾਈ ਹੋਵੇ। ਇਹ ਜ਼ਖਮਾਂ ਤੇ ਨੂਣ ਭੁੱਕਣ ਵਾਲੀਆਂ ਕਾਰਵਾਈਆਂ ਨੇ, ਇਹਦੇ ਨਾਲ ਸ਼ਾਂਤੀ ਨਹੀਂ ਹੋਏਗੀ। ਇਹ ਹਰ ਉਹ ਚੀਜ਼ ਕਰਨੀ ਜਿਹਦੇ ਨਾਲ ਮਾਹੌਲ ਵਿਗੜੇ ਤੇ ਆਸ ਇਹ ਕਰਨੀ, ਇਹ ਤਾਂ ਉਵੇਂ ਆ ਜਿਵੇਂ ਬਾਣੀ 'ਚ ਕਹਿੰਦੇ ਆ ਨਾ ਬਈ ਕਿੱਕਰ ਬੀਜ ਕੇ ਦਾਖਾਂ ਦੀ ਆਸ ਕਰਨੀ। ਤੋਂ ਪੰਜਾਬ ਦੀ ਧਰਤੀ ਉੱਤੇ ਪਹਿਲਾਂ ਹੀ ਬੜਾ ਖੂਨ ਖਰਾਬਾ ਹੋ ਚੁੱਕਿਆ, ਪਹਿਲਾਂ ਹੀ ਬੜੀਆਂ ਬੇਸ਼ਕੀਮਤੀ ਜਿਹੜੀਆਂ ਜਾਨਾਂ ਗਈਆਂ ਨੇ, ਜਾਨ ਮਾਲ ਦਾ ਬੜਾ ਨੁਕਸਾਨ ਹੋਇਆ। ਉਹ ਸਾਰੇ ਦਾ ਸਾਰਾ ਜਿਹੜਾ ਪਿਛਲੇ ਸਮੇਂ 'ਚ ਵਾਪਰਿਆ ਉਹਦੀ ਵੀ ਜ਼ਿੰਮੇਵਾਰੀ ਭਾਰਤੀ ਹਕੂਮਤੀ ਮਸ਼ੀਨਰੀ ਦੇ ਸਿਰ ਤੇ ਆ। ਹੁਣ ਫੇਰ ਦੁਬਾਰਾ ਜਿਹੜਾ ਹੈ, ਜੇਕਰ ਸਿਆਸੀ ਲੀਡਰ ਚਾਹੁੰਦੇ, ਬਾਦਲ ਵਾਲੇ ਚਾਹੁੰਦੇ, ਜਾਂ ਇਹ ਸਿੱਖਾਂ ਦੇ ਜਿਹੜੇ ਜ਼ਖਮੀ ਜਜ਼ਬਾਤ ਸੀ ਉਹਨਾਂ ਨੂੰ ਸ਼ਾਂਤ ਕੀਤਾ ਜਾ ਸਕਦਾ ਸੀ। ਐਡੀ ਕੋਈ ਗੱਲ ਨਹੀਂ ਸੀ, ਕੋਈ ਐਡਾ ਕਹਿਰ ਨਹੀਂ ਸੀ ਵਾਪਰ ਜਾਣਾ ਜੇਕਰ ਮਹਿੰਦਰਪਾਲ ਬਿੱਟੂ ਹੋਣਾ ਨੂੰ ਉਦੋਂ ਹੀ ਬਾਦਲ ਹੋਣੀ ਫੜ ਲੈਂਦੇ। ਪਰ ਬਾਦਲ ਪਰਿਵਾਰ ਨੇ ਉਹਨਾਂ ਦੇ ਨਾਲ ਪੂਰੀ ਸੁਰ ਸਾਂਝ ਰੱਖੀ ਤੇ ਅੱਜ ਰਿਜ਼ਲਟ ਸਾਡੇ ਸਾਹਮਣੇ ਆ ਕਿ ਮਹਿੰਦਰਪਾਲ ਬਿੱਟੂ ਨੂੰ ਫਿਰ ਸਿੱਖਾਂ ਨੇ ਆਪਦੇ ਤਰੀਕੇ ਨਾਲ ਜੋ ਵੀ ਉਹਨਾਂ ਤੋਂ ਸਰਿਆ ਬਣਿਆ ਉਹਨਾਂ ਨੇ ਕਰਤਾ। ਹੁਣ ਕਿਸੇ ਜੱਗੀ ਜੋਹਣ ਨੂੰ ਤੁਸੀਂ ਬਾਹਰਲੇ ਮੁਲਕ ਵਿੱਚ ਬੈਠੇ ਨੂੰ, ਜਾਂ ਜਿਹੜੇ ਅੱਜ ਆਹ ਮੁੰਡੇ ਇਹ ਸਾਰਾ ਕੁਝ ਕਰਦੇ ਕਰਾਉਂਦੇ ਫਿਰਦੇ ਆ, ਇਸ ਹਾਲਾਤ ਤੱਕ ਧੱਕ ਕੇ ਲੈ ਕੇ ਆਉਂਦਾ ਇਹ ਸਿਸਟਮ ਕਿ ਉਹ ਹਥਿਆਰ ਹੀ ਚੱਕੇ। ਸੋ ਸਿੱਖ ਜਵਾਨੀ ਜਿਹੜੀ ਆ
ਉਹਦਾ ਸ਼ਿਕਾਰ ਖੇਡਣ ਦੇ ਲਈ, ਜਾਂ ਜਿਵੇਂ ਪਹਿਲਾਂ ਬੇਦੋਸ਼ੀਆਂ ਲੋਕਾਂ ਦਾ ਘਾਣ ਕਰਕੇ ਮੋਢਿਆਂ ਦੇ ਉੱਤੇ ਪਿੱਤਲ ਦੇ ਸਟਾਰ ਪੁਲਿਸੀਆਂ ਨੇ ਲਵਾਏ ਨੇ, ਉਹੀ ਸਾਰਾ ਕੁਝ ਦੁਬਾਰਾ ਵਾਪਰਨ ਦੇ ਆਸਾਰ ਸਾਡੇ ਸਾਹਮਣੇ ਆ। ਪਰ ਇਸ ਵੇਲੇ ਸਾਡੀ ਕੌਮ ਦਾ ਜਿਹੜਾ ਇੰਟੈਲੈਕਚੁਅਲ ਵਰਗ ਆ, ਜਿਹੜੇ ਬੁੱਧੀਜੀਵੀ ਕਹਾਉਂਦੇ ਆ, ਜਿਹੜੇ ਸਿਆਸੀ ਆਗੂ ਕਹਾਉਂਦੇ ਆ, ਜਿਹੜੇ ਹੋਰ ਪੰਥਕ ਸੰਗਠਨ ਕਹਾਉਂਦੇ ਆ, ਕਿਸੇ ਦਾ ਵੀ ਇਸ ਸਮੱਸਿਆ ਵੱਲ ਉਵੇਂ ਧਿਆਨ ਨਹੀਂ ਹੈਗਾ ਜਿਵੇਂ ਹੋਣਾ ਚਾਹੀਦਾ। ਮੇਰੀ ਇਹ ਬੜੀ ਦਿਲੋਂ ਰੀਝ ਆ ਕਿ ਸਾਰੀ ਕੌਮ ਇਸ ਮਸਲੇ ਬਾਰੇ ਜ਼ਰੂਰ ਸੋਚੇ ਕਿ ਕੀ ਅਸੀਂ ਆਪਦੀ ਕੌਮ ਦੀ ਜਵਾਨੀ ਦਾ ਘਾਣ ਇਦਾਂ ਹੀ ਹੋਣ ਦਿੰਦੇ ਰਵਾਂਗੇ ਤੇ ਅਸੀਂ ਕੋਈ ਸਾਰਥਕ ਨੀਤੀ, ਕੋਈ ਬਿਆਨਬਾਜ਼ੀ, ਕੋਈ ਗੱਲ ਇਹੋ ਜਿਹੀ ਨਹੀਂ ਕਵਾਂਗੇ। ਆ ਹੁਣ ਡਰੋਨਾਂ ਦੇ ਬਹਾਨੇ ਪਤਾ ਨਹੀਂ ਕਿੰਨੇ ਕੁ ਮੁੰਡਿਆਂ ਦਾ ਘਾਣ ਪੰਜਾਬ ਦੇ ਵਿੱਚ ਹੋਣਾ ਕਿ ਇੱਥੇ ਹਥਿਆਰ ਆ ਗਏ ਤੇ ਆਹ ਹੋ ਗਿਆ, ਉਹ ਹੋ ਗਿਆ। ਸੋ ਸੱਚੇ ਪਾਤਸ਼ਾਹ ਸਾਨੂੰ ਇੰਨੇ ਜੋਗਾ ਕਰਨ ਕਿ ਅਸੀਂ ਕੌਮ ਦੇ ਮਸਲਿਆਂ ਬਾਰੇ ਕੋਈ ਸਾਰਥਕ ਰਾਏ ਜਿਹੜੀ ਆ ਉਹ ਬਣਾ ਸਕੀਏ। ਪੰਜਾਬ ਦੇ ਵਿੱਚ ਖਾੜਕੂਵਾਦ ਲਿਆ ਕੇ ਇੱਥੇ ਲੋਕਾਂ ਦਾ ਘਾਣ ਕਰਨ ਦੀ ਜਿਹੜੀ ਹਕੂਮਤੀ ਮਸ਼ੀਨਰੀ ਦੀ ਚਾਲ ਆ, ਇਹਨੂੰ ਪਛਾਣੀਏ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।